Hello students, I am Jagdev Tillo, 3 times NET JER qualified. Welcome to our YouTube channel. Students, ਆਪਾਂ topic start ਕੀਤਾ ਹੋਇਆ ਸੀ sampling. ਆਪਾਂ ਪਹਿਲਾਂ ਪੜਿਆ meaning of sampling, ਫਿਰ ਆਪਾਂ ਪੜਿਆ steps of sampling ਤੇ start ਅੱਗੇ ਕੀਤਾ ਹੋਇਆ ਸੀ types of sampling. ਜਿਵੇਂ ਆਪਾਂ ਪੜਿਆ ਸੀ sampling ਦੀਆਂ ਕਿੰਨੀਆਂ types ਨੇ 2. ਕਿੰਨੀਆਂ sampling types ਨੇ 2. ਇੱਕ ਹੈ probability sampling ਤੇ ਦੂਸਰੀ ਹੈ ਨਾਨ ਪ੍ਰੋਬੇਬਿਲਿਟੀ ਸੈਂਪਲਿੰਗ। ਜਦੋਂ ਸਾਡੀ ਪਾਪੂਲੇਸ਼ਨ ਕੀ ਹੋਵੇਗੀ ਫਾਈਨਾਈਟ ਹੋਵੇਗੀ, ਯਾਨੀ ਕਿ ਸਾਨੂੰ ਟੋਟਲ ਨੰਬਰ ਆਫ ਪਾਪੂਲੇਸ਼ਨ ਕੀ ਆ ਪਤਾ ਹੋਵੇ, ਉੱਥੇ ਕਿਹੜਾ ਮੈਥਡ ਲਗਾਵਾਂਗੇ ਪ੍ਰੋਬੇਬਿਲਿਟੀ ਸੈਂਪਲਿੰਗ। ਬਟ ਜੇ ਸਾਨੂੰ ਟੋਟਲ ਨੰਬਰ ਆਫ ਪਾਪੂਲੇਸ਼ਨ ਕੀ ਆ ਪਤਾ ਨਾ ਹੋਵੇ, ਯਾਨੀ ਕਿ ਸਾਡੀ ਪਾਪੂਲੇਸ਼ਨ ਕੀ ਹੋਵੇ ਇਨਫਿਨਾਈਟ ਹੋਵੇ, ਤਾਂ ਉੱਥੇ ਅਸੀਂ ਕਿਹੜੀ ਟੈਕਨੀਕ ਲਗਾਵਾਂਗੇ ਨਾਨ ਪ੍ਰੋਬੇਬਿਲਿਟੀ ਸੈਂਪਲਿੰਗ। ਤਾਂ ਇਸ ਕਰਕੇ ਯਾਦ ਰੱਖਣਾ ਪਹਿਲਾਂ ਬੱਚੇ, ਜੇ ਸਾਡੀ ਪਾਪੂਲੇਸ਼ਨ ਕੀ ਹੋਵੇ ਫਾਈਨਾਈਟ ਹੋਵੇ ਤਾਂ ਕਿਹੜੀ ਟੈਕਨੀਕ ਲੱਗੇਗੀ ਪ੍ਰੋਬੇਬਿਲਿਟੀ ਸੈਂਪਲਿੰਗ। ਬਟ ਜੇ ਸਾਡੀ ਪਾਪੂਲੇਸ਼ਨ ਕੀ ਹੋਵੇ ਇਨਫਿਨਾਈਟ ਹੋਵੇ ਤਾਂ ਫਿਰ ਕਿਹੜੀ ਟੈਕਨੀਕ ਲੱਗੇਗੀ ਨਾਨ ਪ੍ਰੋਬੇਬਿਲਿਟੀ ਸੈਂਪਲਿੰਗ। ਆਪਾਂ ਅੱਗੇ ਨੈਕਸਟ ਪੜਿਆ ਪ੍ਰੋਬੇਬਿਲਿਟੀ ਸੈਂਪਲਿੰਗ ਨੂੰ ਆਪਾਂ ਕਿੰਨੇ ਪਾਰਟਸ ਵਿੱਚ ਡਿਵਾਈਡ ਕੀਤਾ ਸੀ 2। ਇੱਕ ਕੀ ਨਾਟ ਵਾਈਡਰ ਏਰੀਆ ਪਾਪੂਲੇਸ਼ਨ, यानी कि नॉट वाइडर एरिया पॉपुलेशन ते सेकंड ਅਸੀਂ वाइडर एरिया पॉपुलेशन। नॉट वाइडर एरिया पॉपुलेशन मींस स्मॉल पॉपुलेशन, नॉट वाइडर एरिया पॉपुलेशन मींस स्मॉल पॉपुलेशन। ਸਾਡੀ ਪੋਪੂਲੇਸ਼ਨ ਕੀ ਹੋਵੇ ਸਮਾਲ ਤੇ ਨਾਲ ਸਾਡੀ ਪੋਪੂਲੇਸ਼ਨ ਕੀ ਹੋਵੇ ਹੋਮੋਜੀਨੀਅਸ, ਫਿਰ ਕਿਹੜਾ ਮੈਥਡ ਲੱਗੇਗਾ ਸਿੰਪਲ ਰੈਂਡਮ ਸੈਂਪਲਿੰਗ। ਬਟ ਜੇ ਸਾਡੀ ਪੋਪੂਲੇਸ਼ਨ ਕੀ ਹੋਵੇ ਸਮਾਲ ਤੇ ਨਾਲ ਪੋਪੂਲੇਸ਼ਨ ਕੀ ਹੋਵੇ ਹੈਟਰੋਜੀਨੀਅਸ ਹੋਵੇ ਤਾਂ ਉੱਥੇ ਕਿਹੜਾ ਮੈਥਡ ਲੱਗੇਗਾ ਸਟ੍ਰੈਟੀਫਾਈਡ ਰੈਂਡਮ ਸੈਂਪਲਿੰਗ। ਮੈਂ ਫੇਰ ਦੱਸ ਰਿਹਾ ਬੱਚੇ, ਸਾਡੀ ਪੋਪੂਲੇਸ਼ਨ ਕੀ ਹੋਵੇ ਸਮਾਲ ਹੋਵੇ, ਪੋਪੂਲੇਸ਼ਨ ਕੀ ਹੋਵੇ ਸਮਾਲ ਹੋਵੇ ਤੇ ਨਾਲ ਸਾਡੀ ਪੋਪੂਲੇਸ਼ਨ ਕੀ ਹੋਵੇ ਹੋਮੋਜੀਨੀਅਸ ਹੋਵੇ, ਉੱਥੇ ਮੈਥਡ ਲੱਗੇਗਾ ਸਿੰਪਲ ਰੈਂਡਮ ਸੈਂਪਲਿੰਗ। ਬਟ ਪੋਪੂਲੇਸ਼ਨ ਸਮਾਲ ਹੋਵੇ ਤੇ ਨਾਲ ਕੀ ਹੋਵੇ ਹੈਟਰੋਜੀਨੀਅਸ ਹੋਵੇ, ਉੱਥੇ ਕਿਹੜਾ ਮੈਥਡ ਲੱਗੇਗਾ ਸਟ੍ਰੈਟੀਫਾਈਡ ਰੈਂਡਮ ਸੈਂਪਲਿੰਗ। ਤੇ ਇਸ ਤਰ੍ਹਾਂ ਅੱਗੇ ਜੋ ਅਸੀਂ ਅੱਜ ਗੱਲ ਕਰਾਂਗੇ ਉਹ ਕਰਾਂਗੇ ਵਾਈਡਰ ਏਰੀਆ ਪੋਪੂਲੇਸ਼ਨ। ਇਹ ਅਸੀਂ ਫਸਟ ਲੈਕਚਰ ਦੇ ਵਿੱਚ ਪੜਿਆ ਸੀ ਵੀ ਜਦੋਂ ਸਾਡੀ ਪੋਪੂਲੇਸ਼ਨ ਕੀ ਹੋਵੇ ਸਮਾਲ ਹੋਵੇ। ਅੱਜ ਅਸੀਂ ਕੰਟੀਨਿਊ ਕਰਾਂਗੇ ਜਦੋਂ ਸਾਡੀ ਪੋਪੂਲੇਸ਼ਨ ਕੀ ਹੋਵੇ ਲਾਰਜ ਹੋਵੇ। ਜਦੋਂ ਸਾਡੀ ਪੋਪੂਲੇਸ਼ਨ ਲਾਰਜ ਹੋਵੇ ਤਾਂ ਉੱਥੇ 3 ਮੈਥਡ ਲੱਗਦੇ ਨੇ। ਉਹਨਾਂ ਦੇ ਵਿੱਚੋਂ ਫਸਟ ਮੈਥਡ ਹੈ ਸਿਸਟੇਮੈਟਿਕ ਸੈਂਪਲਿੰਗ, ਸੈਕੰਡ ਹੈ ਕਲਸਟਰ ਸੈਂਪਲਿੰਗ ਤੇ ਥਰਡ ਹੈ ਮਲਟੀ ਸਟੇਜ ਸੈਂਪਲਿੰਗ। ਮੈਂ ਫੇਰ ਦੱਸ ਰਿਹਾ, ਜਦੋਂ ਸਾਡੀ ਪੋਪੂਲੇਸ਼ਨ ਵਾਈਡਰ ਏਰੀਆ ਪੋਪੂਲੇਸ਼ਨ ਯਾਨੀ ਕਿ ਲਾਰਜ ਪੋਪੂਲੇਸ਼ਨ ਹੋਵੇ ਤਾਂ ਉੱਥੇ ਜਿਹੜਾ ਮੈਥਡ ਲੱਗੇਗਾ ਫਸਟ ਵਨ ਕੀ ਲੱਗੇਗਾ ਸਿਸਟੇਮੈਟਿਕ ਸੈਂਪਲਿੰਗ, ਸੈਕੰਡ ਕੀ ਲੱਗੇਗਾ ਕਲਸਟਰ ਸੈਂਪਲਿੰਗ ਤੇ ਥਰਡ ਸਾਡੇ ਕੋਲ ਕੀ ਲੱਗੇਗਾ ਮਲਟੀ ਸਟੇਜ ਸੈਂਪਲਿੰਗ। ਲਾਰਜ ਪੋਪੂਲੇਸ਼ਨ ਦੇ ਵਿੱਚ ਫਸਟ ਮੈਥਡ ਜਿਹੜਾ ਲੱਗੇਗਾ ਉਹ ਕਿਹੜਾ ਲੱਗੇਗਾ ਸਿਸਟੇਮੈਟਿਕ ਸੈਂਪਲਿੰਗ। ਸਿਸਟੇਮੈਟਿਕ ਸੈਂਪਲਿੰਗ ਕਿੱਥੇ ਲੱਗੇਗਾ ਬੱਚੇ, ਜਿੱਥੇ ਪੋਪੂਲੇਸ਼ਨ ਕੀ ਹੋਵੇਗੀ ਲਾਰਜ, ਜਿੱਥੇ ਪੋਪੂਲੇਸ਼ਨ ਕੀ ਹੋਵੇਗੀ ਲਾਰਜ ਤੇ ਸੈਕੰਡ ਸਾਡੀ ਪੋਪੂਲੇਸ਼ਨ ਕੀ ਹੋਵੇਗੀ ਹੋਮੋਜੀਨੀਅਸ। ਯਾਦ ਰੱਖਣਾ, ਜਿੱਥੇ ਸਾਡੀ ਪੋਪੂਲੇਸ਼ਨ ਕੀ ਹੋਵੇਗੀ ਲਾਰਜ ਹੋਵੇਗੀ ਤੇ ਨਾਲ ਸਾਡੀ ਪੋਪੂਲੇਸ਼ਨ ਕੀ ਹੋਵੇਗੀ ਹੋਮੋਜੀਨੀਅਸ ਹੋਵੇਗੀ, ਉੱਥੇ ਜਿਹੜਾ ਮੈਥਡ ਲੱਗੇਗਾ ਉਹ ਕਿਹੜਾ ਲੱਗੇਗਾ ਸਿਸਟੇਮੈਟਿਕ ਸੈਂਪਲਿੰਗ ਲੱਗੇਗਾ। ਹੁਣ ਦੇਖੋ ਸਿੰਪਲ ਰੈਂਡਮ ਸੈਂਪਲਿੰਗ ਵੀ ਕਿੱਥੇ ਲੱਗਦੀ ਹੈ ਜਿੱਥੇ ਪੋਪੂਲੇਸ਼ਨ ਕੀ ਹੁੰਦੀ ਆ ਹੋਮੋਜੀਨੀਅਸ, ਸਿਸਟੇਮੈਟਿਕ ਸੈਂਪਲਿੰਗ ਵੀ ਕਿੱਥੇ ਲੱਗਦੀ ਹੈ ਜਿੱਥੇ ਪੋਪੂਲੇਸ਼ਨ ਕੀ ਹੁੰਦੀ ਆ ਹੋਮੋਜੀਨੀਅਸ। ਬਟ ਦੋਨਾਂ ਦੇ ਵਿੱਚ ਡਿਫਰੈਂਸ ਕੀ ਆ, ਸਿੰਪਲ ਰੈਂਡਮ ਸੈਂਪਲਿੰਗ ਉੱਥੇ ਲੱਗੇਗੀ ਜਿੱਥੇ ਪੋਪੂਲੇਸ਼ਨ ਕੀ ਹੋਵੇਗੀ ਸਮਾਲ ਹੋਵੇਗੀ ਤੇ ਸਿਸਟੇਮੈਟਿਕ ਸੈਂਪਲਿੰਗ ਉੱਥੇ ਲੱਗੇਗੀ ਜਿੱਥੇ ਪੋਪੂਲੇਸ਼ਨ ਕੀ ਹੋਵੇਗੀ ਲਾਰਜ ਹੋਵੇਗੀ। ਇਹ ਤਾਂ ਕਲੀਅਰ ਆ। ਹੁਣ ਸਿਸਟੇਮੈਟਿਕ ਸੈਂਪਲਿੰਗ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਪਣੀ ਪੋਪੂਲੇਸ਼ਨ ਦੀ ਕੀ ਤਿਆਰ ਕਰਾਂਗੇ ਲਿਸਟ ਤਿਆਰ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਆਪਣੀ ਪੋਪੂਲੇਸ਼ਨ ਦੀ ਕੀ ਤਿਆਰ ਕਰਾਂਗੇ ਲਿਸਟ ਤਿਆਰ ਕਰਾਂਗੇ। ਜਦੋਂ ਆਪਾਂ ਸਟੈਪਸ ਆਫ ਸੈਂਪਲਿੰਗ ਪੜਿਆ,
ਜਦੋਂ ਆਪਾਂ ਕੀ ਪੜਿਆ ਸਟੈਪਸ ਆਫ ਸੈਂਪਲਿੰਗ ਪੜਿਆ ਉਹਦੇ ਵਿੱਚ ਆਪਾਂ ਸੈਕੰਡ ਸਟੈਪ ਪੜਿਆ ਸੀ ਲਿਸਟਿੰਗ ਦਾ ਪਾਪੂਲੇਸ਼ਨ, ਯਾਨੀ ਕਿ ਅਸੀਂ ਆਪਣੀ ਪਾਪੂਲੇਸ਼ਨ ਦੀ ਕੀ ਤਿਆਰ ਕਰਦੇ ਹਾਂ, ਲਿਸਟ ਤਿਆਰ ਕਰਦੇ ਹਾਂ। ਉਹਦੇ ਵਿੱਚ ਮੈਨੇ ਤੁਹਾਨੂੰ ਦੱਸਿਆ ਸੀ ਵੀ ਓਨਲੀ ਤੇ ਓਨਲੀ ਪਾਪੂਲੇਸ਼ਨ ਦੀ ਜਿਹੜੀ ਲਿਸਟ ਤਿਆਰ ਹੁੰਦੀ ਆ ਉਹ ਕਿਹੜੀ ਸੈਂਪਲਿੰਗ ਟੈਕਨੀਕ ਦੇ ਵਿੱਚ ਹੁੰਦੀ ਆ, ਪ੍ਰੋਬੇਬਿਲਿਟੀ ਸੈਂਪਲਿੰਗ ਦੇ ਵਿੱਚ ਹੁੰਦੀ ਆ। ਪ੍ਰੋਬੇਬਿਲਿਟੀ ਸੈਂਪਲਿੰਗ ਦੇ ਵਿੱਚ ਵੀ ਕਿਹਦੇ ਵਿੱਚ ਹੁੰਦੀ ਆ, ਸਿਸਟੇਮੈਟਿਕ ਸੈਂਪਲਿੰਗ ਦੇ ਵਿੱਚ ਹੁੰਦੀ ਆ। ਅਸੀਂ ਸਿਸਟੇਮੈਟਿਕ ਸੈਂਪਲਿੰਗ ਦੇ ਵਿੱਚ ਸਭ ਤੋਂ ਪਹਿਲਾਂ ਆਪਣੀ ਪਾਪੂਲੇਸ਼ਨ ਦੀ ਕੀ ਤਿਆਰ ਕਰਨੀ ਆ, ਲਿਸਟ ਤਿਆਰ ਕਰਨੀ ਆ। ਮੰਨ ਲਓ ਸਾਡੇ ਕੋਲੇ ਨੰਬਰ ਆਫ ਪਾਪੂਲੇਸ਼ਨ ਹੈ 10,000, ਨੰਬਰ ਆਫ ਪਾਪੂਲੇਸ਼ਨ ਕਿੰਨਾ 10,000 ਤੇ ਸੈਂਪਲ ਸਾਡੇ ਕੋਲੇ ਕਿੰਨਾ ਗਾ 1000। ਅਸੀਂ ਨੰਬਰ ਆਫ ਪਾਪੂਲੇਸ਼ਨ ਕਿੰਨਾ 10,000, ਉਹਦੇ ਵਿੱਚੋਂ ਜਿਹੜਾ ਸੈਂਪਲ ਲੈਣਾ, ਉਹਦੇ ਵਿੱਚੋਂ ਕਿਹੜਾ ਕੀ ਲੈਣਾ ਸੀ, ਸੈਂਪਲ ਲੈਣਾ, ਉਹ ਕਿੰਨੇ ਦਾ ਲੈਣਾ 1000 ਦਾ। ਯਾਨੀ ਕਿ ਨੰਬਰ ਆਫ ਪਾਪੂਲੇਸ਼ਨ ਸਾਡੇ ਕੋਲੇ 10,000 ਆ, ਉਹਦੇ ਵਿੱਚੋਂ 1000 ਦਾ ਅਸੀਂ ਕੀ ਲੈਣਾਗਾ, ਸੈਂਪਲ ਲੈਣਾ। ਜਿਹੜੀ ਇਹ ਸਾਡੀ 10,000 ਦੀ ਪਾਪੂਲੇਸ਼ਨ ਹੈ ਉਹਦੀ ਸਭ ਤੋਂ ਪਹਿਲਾਂ ਅਸੀਂ ਕੀ ਤਿਆਰ ਕਰਨੀ ਆ, ਲਿਸਟ ਤਿਆਰ ਕਰਨੀ। ਉਹਦੀ ਸਭ ਤੋਂ ਪਹਿਲਾਂ ਕੀ ਤਿਆਰ ਕਰਨੀ ਆ, ਲਿਸਟ ਤਿਆਰ ਕਰਨੀ। ਮੰਨ ਲਓ ਅਸੀਂ ਲਿਸਟ ਤਿਆਰ ਕਰੀ 1 2 3 4 5। इस तरह असी 10,000 ਦੀ ਪਾਪੂਲੇਸ਼ਨ ਦੀ ਕੀ ਤਿਆਰ ਕਰਾਂਗੇ, ਲਿਸਟ ਤਿਆਰ ਕਰਾਂਗੇ। ਹੁਣ ਅਸੀਂ ਕੀ ਕਰਨਾ, ਸਾਡੇ ਕੋਲ ਨੰਬਰ ਆਫ ਪਾਪੂਲੇਸ਼ਨ ਕਿੰਨਾ 10,000, ਉਹਦੇ ਵਿੱਚੋਂ ਸੈਂਪਲ ਕਿੰਨੇ ਦਾ ਲੈਣਾ 1000 ਦਾ। ਉਹਨਾਂ ਨੂੰ ਆਪਸ ਵਿੱਚ ਕੀ ਕਰਾਂਗੇ, ਡਿਵਾਈਡ ਕਰਾਂਗੇ। ਡਿਵਾਈਡ ਕਰਕੇ ਮੰਨ ਲਓ ਕਿ ਸਾਡੇ ਕੋਲੇ ਕਿੰਨੀ ਆ ਗਈ 10 ਆ ਗਈ। के साडे कोल कितनी आ गई 10 आ गई। इनू के ले लो, जे ले लो, ए ले लो, जो भी मर्जी एक नेम ले लो, यानी कि साडे कोल नंबर ऑफ पॉपुलेशन नो, नंबर ऑफ पॉपुलेशन नो सैंपल ते डिवाइड करके जिहड़ी साडे कोल के आ वो कितनी आ गई 10 आ गई। ਇਹਦਾ मतलब ਇਹ ਆ ਵੀ ਅਸੀਂ ਜਿਹੜਾ ਪਹਿਲਾ ਸੈਂਪਲ ਸਿਲੈਕਟ ਕਰਨਾ, ਜਿਹੜਾ ਅਸੀਂ ਪਹਿਲਾ ਸੈਂਪਲ ਸਿਲੈਕਟ ਕਰਨਾ ਉਹ ਪਹਿਲੇ ਕਿੰਨੇ ਦੇ ਵਿੱਚੋਂ ਕਰਨਾ 10 ਦੇ ਵਿੱਚੋਂ ਕਰਨਾ। ਪਹਿਲੇ ਜੋ ਪਹਿਲਾ ਅਸੀਂ ਇੱਕ ਸੈਂਪਲ ਸਿਲੈਕਟ ਕਰਨਾ ਉਹ ਫਾਸਟ ਕਿੰਨੇ ਦੇ ਵਿੱਚੋਂ ਕਰਨਾ 10 ਦੇ ਵਿੱਚੋਂ ਆਣਾ। ਜੇ ਮੰਨ ਲਓ ਬਾਈ ਚਾਂਸ ਸਾਡੇ ਕੋਲ ਨੰਬਰ ਆਫ ਪਾਪੂਲੇਸ਼ਨ ਕੁਝ ਹੋਰ ਹੁੰਦਾ, ਪਾਪੂਲੇਸ਼ਨ ਕੁਝ ਸੈਂਪਲ ਕੁਝ ਹੋਰ ਹੁੰਦਾ, ਉਹਨੂੰ ਡਿਵਾਈਡ ਕਰਕੇ ਮੰਨ ਲਓ ਸਾਡੇ ਕੋਲ 20 ਆ ਜਾਂਦਾ, ਤਾਂ ਉਹ ਜੋ 20 ਆਣਾ ਸੀ ਤਾਂ ਜਿਹੜਾ ਅਸੀਂ ਸੈਂਪਲ ਲੈਣਾ ਸੀ, ਜਿਹੜਾ ਫਸਟ ਸੈਂਪਲ ਲੈਣਾ ਸੀ ਉਹ ਕਿੰਨੇ ਦੇ ਵਿੱਚੋਂ ਲੈਣਾ ਸੀ, ਫਸਟ 20 ਦੇ ਵਿੱਚੋਂ ਲੈਣਾ ਸੀ। ਹੁਣ ਸਾਡੇ ਕੋਲ ਡਿਵਾਈਡ ਕਰਕੇ ਕਿੰਨਾ ਆਇਆ 10 ਆਇਆ, ਤਾਂ ਜਿਹੜਾ ਪਹਿਲਾ ਸੈਂਪਲ ਸਿਲੈਕਟ ਕਰਾਂਗੇ ਉਹ ਪਹਿਲੇ ਕਿੰਨੇ ਦੇ ਵਿੱਚੋਂ ਕਰਾਂਗੇ 10 ਦੇ ਵਿੱਚੋਂ ਕਰਾਂਗੇ। ਜਿਹੜਾ ਪਹਿਲਾ ਸੈਂਪਲ ਅਸੀਂ ਸਿਲੈਕਟ ਕਰਾਂਗੇ ਉਹ ਪਹਿਲੇ ਕਿੰਨੇ ਦੇ ਵਿੱਚੋਂ ਕਰਾਂਗੇ 10 ਦੇ ਵਿੱਚੋਂ ਕਰਾਂਗੇ। ਹੁਣ 1 ਤੋਂ ਲੈ ਕੇ ਯਾਨੀ ਕਿ 1 ਤੋਂ ਲੈ ਕੇ 10,000 ਤੱਕ ਜਿਹੜੀ ਸਾਡੀ ਪਾਪੂਲੇਸ਼ਨ ਉਹ ਕੀ ਆ, ਹੋਮੋਜੀਨੀਅਸ। ਸਾਡੀ ਪਾਪੂਲੇਸ਼ਨ ਕੀ ਆ, ਹੋਮੋਜੀਨੀਅਸ ਆ। ਇਹ ਜਿਹੜੀ ਹੋਮੋਜੀਨੀਅਸ ਆ ਤਾਂ ਆ ਜਿਹੜੇ ਫਸਟ 10% ਆ, ਜਿਹੜੇ ਫਸਟ 10% ਆ ਇਹ ਵੀ ਫਿਰ ਕੀ ਨੇ, ਹੋਮੋਜੀਨੀਅਸ ਨੇ। ਪਰ ਇਹ ਪਾਪੂਲੇਸ਼ਨ ਕੀ ਹੋਗੀ, ਸਮਾਲ ਹੋਗੀ। 1 ਤੋਂ ਲੈ ਕੇ 10,000 ਤੱਕ ਸਾਡੇ ਕੋਲ ਪਾਪੂਲੇਸ਼ਨ ਕੀ ਮੰਨੀ ਅਸੀਂ, ਲਾਰਜ। ਤਾਂ 1 ਤੋਂ ਲੈ ਕੇ 10 ਤੱਕ ਜਿਹੜੀ ਸਾਡੇ ਕੋਲ, 1 ਤੋਂ ਲੈ ਕੇ 10 ਤੱਕ ਜਿਹੜੀ ਸਾਡੇ ਕੋਲੇ ਪਾਪੂਲੇਸ਼ਨ ਹੈ ਉਹ ਸਾਡੀ ਕਿਹੜੀ ਪਾਪੂਲੇਸ਼ਨ ਆ, ਸਮਾਲ ਪਾਪੂਲੇਸ਼ਨ ਆ। ਹੁਣ ਜਦੋਂ ਸਾਡੇ ਕੋਲੇ ਸਮਾਲ ਪਾਪੂਲੇਸ਼ਨ ਹੋਵੇ, ਜਦੋਂ ਸਾਡੇ ਕੋਲ ਕੀ ਹੋਵੇ ਸਮਾਲ ਪਾਪੂਲੇਸ਼ਨ ਹੋਵੇ ਤੇ ਨਾਲ ਸਾਡੀ ਪਾਪੂਲੇਸ਼ਨ ਕੀ ਹੋਵੇ, ਹੋਮੋਜੀਨੀਅਸ ਹੋਵੇ, ਉੱਥੇ ਅਸੀਂ ਕਿਹੜੀ ਟੈਕਨੀਕ ਲਗਾਉਂਦੇ ਆ, ਸਿੰਪਲ ਰੈਂਡਮ ਸੈਂਪਲਿੰਗ। ਆ ਦੇਖੋ ਜਿਹੜੇ ਫਸਟ 10% ਨੇ ਇਹ ਵੀ ਸਾਡੀ ਪਾਪੂਲੇਸ਼ਨ ਕੀ ਹੋਗੀ, ਸਮਾਲ। ਇਹਦੇ ਵਿੱਚੋਂ 1% ਦਾ ਸੈਂਪਲ ਅਸੀਂ ਕੀ ਕਰਨਾਗਾ, ਸਿਲੈਕਟ ਕਰਨਾ। ਤਾਂ ਜਦੋਂ ਸਮਾਲ ਪਾਪੂਲੇਸ਼ਨ ਹੋਵੇ ਤੇ ਨਾਲ ਕੀ ਹੋਵੇ, ਹੋਮੋਜੀਨੀਅਸ ਹੋਵੇ, ਉੱਥੇ ਅਸੀਂ ਕਿਹੜੀ ਟੈਕਨੀਕ ਲਗਾਵਾਂਗੇ, ਸਿੰਪਲ ਰੈਂਡਮ ਸੈਂਪਲਿੰਗ। ਅਸੀਂ ਸਿੰਪਲ ਰੈਂਡਮ ਸੈਂਪਲਿੰਗ ਦੀ ਮੰਨ ਲਓ ਲੋਟਰੀ ਟੈਕਨੀਕ ਲਗਾਤੀ। ਅਸੀਂ ਪਹਿਲੇ ਜਿਹੜੇ 10% ਨੇ, ਇਹ ਜੋ ਫਸਟ 10% ਨੇ ਇਹਨਾਂ ਦੀ ਕੀ ਪਾਵਾਂਗੇ, ਲੋਟਰੀ ਪਾਵਾਂਗੇ। ਉਹਦੇ ਵਿੱਚੋਂ ਇੱਕ ਪਰਚੀ ਕੀ ਕਰ ਲਾਂਗੇ, ਸਿਲੈਕਟ ਕਰ ਲਾਂਗੇ। ਹੁਣ ਇੱਕ ਪਰਚੀ ਸਿਲੈਕਟ ਕੀਤੀ, ਮੰਨ ਲਓ ਪਰਸਨ ਨੰਬਰ ਕਿੰਨਾ ਆ ਗਿਆ 2, ਮੰਨ ਲਓ ਪਰਸਨ ਨੰਬਰ ਕਿੰਨਾ ਆ ਗਿਆ 2, ਯਾਨੀ ਕਿ ਇਹ ਪਹਿਲੇ 10 ਦੇ ਵਿੱਚੋਂ ਸਾਡੇ ਕੋਲੇ ਸੈਕੰਡ ਨੰਬਰ ਪਰਸਨ ਕੀ ਹੋ ਗਿਆ, ਐਜ਼ ਏ ਸੈਂਪਲ ਸਿਲੈਕਟ ਹੋ ਗਿਆ। ਹੁਣ ਸਾਡੇ ਕੋਲੇ ਡਿਵਾਈਡ ਕਰਕੇ ਕਿੰਨਾ ਆਇਆ ਸੀ, 10 ਆਇਆ ਸੀ। डिवाइड करके कितना आया सी 10 आया सी। ये 2 ਦੇ ਵਿੱਚ 10 ਕੀ ਕਰ ਦਾਂਗੇ, ਅਸੀਂ ਐਡ ਕਰ ਦਾਂਗੇ। ਅਗਲਾ ਜਿਹੜਾ ਸਾਡਾ ਸੈਂਪਲ ਸਿਲੈਕਟ ਨੰਬਰ ਹੋਏਗਾ ਉਹ ਕਿੰਨਾ ਹੋਏਗਾ 12। ਉਹਦੇ ਵਿੱਚ ਅੱਗੇ 10 ਐਡ ਕੀਤਾ ਕਿੰਨਾ ਆ ਗਿਆ 22। अगला 10 ऐड किया कितना आ गया 32। अगला ऐड किया 10 कितना आ गया 42। अगला ऐड किया कितना आ गया 52।
ਅੱਗੇ 10 ਫਿਰ ਐਡ ਕੀਤੇ ਕਿੰਨਾ ਆ ਗਿਆ 62 ਫਿਰ ਕੀਤਾ ਕਿੰਨਾ ਆ ਗਿਆ 72 ਫਿਰ ਕੀਤਾ ਕਿੰਨਾ ਆ ਗਿਆ 82 ਇਸ ਤਰ੍ਹਾਂ ਅਸੀਂ 10000 ਤੱਕ ਜਾਵਾਂਗੇ ਤੇ ਸਾਡਾ 1000 ਦਾ ਜੋ 1000 ਦਾ ਸੈਂਪਲ ਆ ਉਹ ਕੀ ਹੋ ਜਾਏਗਾ ਸਿਲੈਕਟ ਹੋ ਜਾਏਗਾ। ਬੋਲੋ ਕਲੀਅਰ ਹੈ। ਮੈਂ ਫਿਰ ਦੱਸ ਰਿਹਾ ਸਾਡੇ ਕੋਲੇ ਡਿਵਾਈਡ ਕਰਕੇ ਕਿੰਨਾ ਆਇਆ ਸੀ 10 ਆਇਆ ਸੀ। ਜੋ ਫਸਟ ਸੈਂਪਲ ਸਿਲੈਕਟ ਕਰਨਾ ਉਹ ਕਿੰਨੇ ਦੇ ਵਿੱਚੋਂ ਕਰਨਾ ਪਹਿਲੇ 10 ਦੇ ਵਿੱਚੋਂ। ਹੁਣ ਜਿਹੜੇ ਪਹਿਲੇ 10 ਨੇ ਉਹ ਸਾਡੇ ਕੋਲ ਕਿਹੜੀ ਪੋਪੂਲੇਸ਼ਨ ਆ ਹੋਮੋਜੀਨੀਅਸ ਆ। ਨਾਲ ਦੇ ਨਾਲ ਫਸਟ 10% ਸਾਡੇ ਕੋਲ ਕਿਹੜੀ ਪੋਪੂਲੇਸ਼ਨ ਬਣ ਜੇਗੀ ਸਮਾਲ ਪੋਪੂਲੇਸ਼ਨ ਬਣ ਜੇਗੀ। ਆਪਾਂ ਫਸਟ ਲੈਕਚਰ ਦੇ ਵਿੱਚ ਪੜਿਆ ਸੀ ਜਦੋਂ ਸਾਡੇ ਕੋਲੇ ਪੋਪੂਲੇਸ਼ਨ ਕੀ ਹੋਵੇ ਸਮਾਲ ਹੋਵੇ ਨਾਲ ਸਾਡੀ ਪੋਪੂਲੇਸ਼ਨ ਕੀ ਹੋਵੇ ਹੋਮੋਜੀਨੀਅਸ ਹੋਵੇ ਉੱਥੇ ਕਿਹੜੀ ਟੈਕਨੀਕ ਲੱਗਦੀ ਆ ਸਿੰਪਲ ਰੈਂਡਮ ਸੈਂਪਲਿੰਗ। ਅਸੀਂ ਸਿੰਪਲ ਰੈਂਡਮ ਸੈਂਪਲਿੰਗ ਦੀ ਕਿਹੜੀ ਟੈਕਨੀਕ ਲਗਾਈ ਲੋਟਰੀ ਟੈਕਨੀਕ ਲਗਾਈ। ਲੋਟਰੀ ਪਾ ਕੇ ਇਹ ਫਸਟ 10 ਦੀ ਉਹਦੇ ਵਿੱਚੋਂ ਇੱਕ ਪਰਸਨ ਸਿਲੈਕਟ ਕਰ ਲਈ। ਮੰਨ ਲਓ ਉਹ ਸਾਡੇ ਕੋਲੇ ਰੈਂਡਮਲੀ ਪਰਸਨ ਨੰਬਰ ਸਿਲੈਕਟ ਹੋ ਗਿਆ ਕਿਹੜਾ 2। ਆ ਸਾਡੇ ਕੋਲੇ ਕਿੰਨਾ ਆਇਆ ਸੀ ਡਿਵਾਈਡ ਕਰਕੇ 10 2 ਦੇ ਵਿੱਚ 10 ਕੀ ਕੀਤਾ ਐਡ ਕੀਤਾ ਕਿੰਨਾ ਆ ਗਿਆ 12 12 ਦੇ ਵਿੱਚ 10 ਐਡ ਕੀਤਾ ਕਿੰਨਾ ਆ ਗਿਆ 22 ਫਿਰ ਕਿੰਨਾ ਆ ਗਿਆ 32 ਫਿਰ ਕਿੰਨਾ ਆ ਗਿਆ 42 ਫਿਰ ਕਿੰਨਾ ਆ ਗਿਆ 52। ਇਸ ਤਰ੍ਹਾਂ ਅਸੀਂ 10000 ਤੱਕ ਜਾਵਾਂਗੇ। ਇਹ ਸਾਰੇ ਪਰਸਨ ਸਾਡੇ ਐਜ਼ ਏ ਸੈਂਪਲ ਕੀ ਹੁੰਦੇ ਜਾਣਗੇ ਸਿਲੈਕਟ ਹੁੰਦੇ ਜਾਣਗੇ। ਮੰਨ ਲਓ ਬਾਏ ਚਾਂਸ ਸਾਡੇ ਕੋਲੇ ਸੈਂਪਲ ਹੁੰਦਾ ਕਿੰਨੇ ਦਾ 100 ਦਾ। ਬਾਈ ਚਾਂਸ ਸੈਂਪਲ ਕਿੰਨੇ ਦਾ ਹੁੰਦਾ 100 ਦਾ। ਫਿਰ ਡਿਵਾਈਡ ਕਰਕੇ ਵੀ ਕਿੰਨਾ ਆਉਣਾ ਸੀ 100 ਆਉਣਾ ਸੀ। ਫਿਰ ਡਿਵਾਈਡ ਕਰਕੇ ਕਿੰਨਾ ਆਉਣਾ ਸੀ 100 ਆਉਣਾ ਸੀ। ਤੇ ਜਿਹੜਾ ਫਸਟ ਪਰਸਨ ਅਸੀਂ ਸਿਲੈਕਟ ਕਰਨਾ ਸੀ ਉਹ ਕਿੰਨੇ ਦੇ ਵਿੱਚੋਂ ਕਰਨਾ ਸੀ ਪਹਿਲੇ 100 ਦੇ ਵਿੱਚੋਂ ਕਰਨਾ। ਮੈਂ ਫਿਰ ਦੱਸ ਰਿਹਾ ਮੰਨ ਲਓ ਸਾਡੇ ਕੋਲੇ ਸੈਂਪਲ ਕਿੰਨੇ ਦਾ ਹੁੰਦਾ 100 ਦਾ ਹੁੰਦਾ ਤੇ ਅਸੀਂ ਉਹ ਡਿਵਾਈਡ ਕਰਕੇ ਜੋ ਸਾਡੇ ਕੋਲੇ ਆਉਣਾ ਸੀ ਉਹ ਕਿੰਨਾ ਆਉਣਾ ਸੀ 100 ਆਉਣਾ ਸੀ। ਤਾਂ ਜਿਹੜਾ ਫਸਟ ਪਰਸਨ ਅਸੀਂ ਸਿਲੈਕਟ ਕਰਨਾ ਸੀ ਉਹ ਫਸਟ ਕਿੰਨੇ ਦੇ ਵਿੱਚੋਂ ਕਰਨਾ ਸੀ 100 ਦੇ ਵਿੱਚੋਂ ਕਰਨਾ ਸੀ। ਪਹਿਲੇ 100 ਬੰਦਿਆਂ ਦੇ ਵਿੱਚੋਂ ਕਰਨਾ ਸੀ। ਅਸੀਂ ਉਹਨਾਂ ਦੀ ਕੀ ਪਾਉਂਦੇ ਲੋਟਰੀ ਪਾਉਂਦੇ ਇੱਕ ਪਰਸਨ ਮੰਨ ਲਓ ਕੀ ਕਰ ਲੈਂਦੇ ਸਿਲੈਕਟ ਕਰ ਲੈਂਦੇ। ਮੰਨ ਲਓ ਸਿਲੈਕਟ ਪਰਸਨ ਆਂਦਾ ਸਾਡੇ ਕੋਲੇ ਸੈਂਪਲ ਨੰਬਰ ਕਿੰਨਾ ਆਂਦਾ 20 ਯਾਨੀ ਕਿ ਪੋਪੂਲੇਸ਼ਨ ਦੇ ਵਿੱਚੋਂ ਜਿਹੜਾ ਸਿਲੈਕਟ ਹੋ ਜਾਂਦਾ ਉਹ ਨੰਬਰ ਕਿੰਨਾ ਹੋ ਜਾਂਦਾ 20। ਅਗਲਾ ਜਿਹੜਾ ਸੈਂਪਲ ਸਿਲੈਕਟ ਹੋਣਾ ਸੀ ਉਹ 100 ਦੇ ਵਿੱਚ ਕੀ ਕਰਨਾ ਸੀ ਐਡ ਕਰਨਾ ਸੀ ਕਿੰਨਾ ਬਣ ਜਾਂਦਾ 120। ਅਗਲਾ ਸੈਂਪਲ ਕਿੰਨਾ ਹੋਣਾ ਸੀ ਸਾਡੇ ਕੋਲੇ ਉਹਦੇ ਵਿੱਚ 100 ਐਡ ਕਰਕੇ 120 ਦੇ ਵਿੱਚ 100 ਐਡ ਕੀਤਾ ਤਾਂ ਕਿੰਨਾ ਬਣਨਾ ਸੀ 220। ਫਿਰ 100 ਐਡ ਕਰਕੇ ਕਿੰਨਾ ਬਣਨਾ ਸੀ 320। ਇਸ ਤਰ੍ਹਾਂ ਕਰਦੇ ਕਰਦੇ ਜਦੋਂ ਅਸੀਂ 10000 ਤੱਕ ਜਾਂਦੇ ਤਾਂ ਸਾਡਾ ਸੈਂਪਲ 100 ਦਾ ਕੀ ਹੋ ਜਾਣਾ ਸੀ ਸਿਲੈਕਟ ਹੋ ਜਾਣਾ ਸੀ। ਇਹ ਸਾਡੇ ਕੋਲੇ ਕਿਹੜੀ ਟੈਕਨੀਕ ਆ ਸਿਸਟੈਮੈਟਿਕ ਸੈਂਪਲਿੰਗ। ਮੈਂ ਫਿਰ ਦੱਸ ਰਿਹਾ ਬੱਚੇ ਸਿਸਟੈਮੈਟਿਕ ਸੈਂਪਲਿੰਗ ਕਿੱਥੇ ਲੱਗੇਗੀ ਜਿੱਥੇ ਪੋਪੂਲੇਸ਼ਨ ਕੀ ਹੋਏਗੀ ਲਾਰਜ। ਜਿੱਥੇ ਪੋਪੂਲੇਸ਼ਨ ਕੀ ਹੋਏਗੀ ਲਾਰਜ ਤੇ ਸੈਕੰਡ ਸਾਡੀ ਪੋਪੂਲੇਸ਼ਨ ਕੀ ਹੋਵੇਗੀ ਹੋਮੋਜੀਨੀਅਸ। ਸਭ ਤੋਂ ਪਹਿਲਾਂ ਅਸੀਂ ਆਪਣੀ ਪੋਪੂਲੇਸ਼ਨ ਦੀ ਕੀ ਤਿਆਰ ਕਰਾਂਗੇ ਲਿਸਟ ਤਿਆਰ ਕਰਾਂਗੇ। ਪੋਪੂਲੇਸ਼ਨ ਦੀ ਕੀ ਤਿਆਰ ਕਰਾਂਗੇ ਲਿਸਟ ਤਿਆਰ ਕਰਾਂਗੇ। ਮੰਨ ਲਓ ਟੋਟਲ ਨੰਬਰ ਆਫ ਪੋਪੂਲੇਸ਼ਨ ਕਿੰਨਾ ਸੀ 10000। ਸਾਡੇ ਕੋਲ ਟੋਟਲ ਨੰਬਰ ਆਫ ਪੋਪੂਲੇਸ਼ਨ ਕਿੰਨਾ ਸੀ 10000। ਅਸੀਂ 10000 ਦੀ ਲਿਸਟ ਕੀ ਕੀਤੀ ਤਿਆਰ ਕੀਤੀ। ਉਹਦੇ ਵਿੱਚੋਂ ਅਸੀਂ ਸੈਂਪਲ ਲੈਣਾ ਸੀ ਮੰਨ ਲਓ ਕਿੰਨੇ ਦਾ 1000 ਦਾ। ਸੈਂਪਲ ਕਿੰਨੇ ਦਾ ਲੈਣਾ ਸੀ 1000 ਦਾ। ਸਾਡੇ ਕੋਲੇ ਡਿਵਾਈਡ ਕਰਕੇ ਕਿੰਨਾ ਆਇਆ 10। ਅਸੀਂ ਫਸਟ ਪਰਸਨ ਜੋ ਸਿਲੈਕਟ ਕੀਤਾ ਉਹ ਕਿੰਨੇ ਦੇ ਵਿੱਚੋਂ ਕੀਤਾ ਫਸਟ 10 ਦੇ ਵਿੱਚੋਂ ਕੀਤਾ। ਅਸੀਂ ਉਹਨਾਂ ਦੀ ਲੋਟਰੀ ਪਾਈ ਇੱਕ ਪਰਸਨ ਸਿਲੈਕਟ ਹੋ ਗਿਆ ਸਾਡਾ ਨੰਬਰ 2। ਅੱਗੇ ਉਹਦੇ ਵਿੱਚ 10 ਐਡ ਕੀਤਾ ਅਗਲਾ ਕਿਹੜਾ ਪਰਸਨ ਸਿਲੈਕਟ ਹੋ ਗਿਆ 10 ਨੰਬਰ। ਅਗਲਾ ਪਰਸਨ ਕਿਹੜਾ ਹੋਏਗਾ 22। ਇਸ ਤਰ੍ਹਾਂ ਅਸੀਂ 10000 ਤੱਕ ਜਾਵਾਂਗੇ ਤੇ ਸਾਡਾ 1000 ਪਰਸਨ ਜੋ ਹੈ 1000 ਪਰਸਨ ਹੈ ਜੋ ਐਜ਼ ਏ ਸੈਂਪਲ ਅਸੀਂ ਸਿਲੈਕਟ ਕਰਨਾ ਉਹ ਕੀ ਹੈ ਸਿਲੈਕਟ ਹੋ ਜਾਵੇਗਾ। ਨੈਕਸਟ ਟੈਕਨੀਕ ਹੈ ਪ੍ਰੋਬੇਬਿਲਿਟੀ ਸੈਂਪਲਿੰਗ ਦੇ ਵਿੱਚ ਜੋ ਲਾਰਜ ਏਰੀਆ ਦੇ ਵਿੱਚ ਪੜ ਰਹੇ ਹਾਂ ਉਹ ਹੈ ਸਾਡੇ ਕੋਲੇ ਕਲਸਟਰ ਸੈਂਪਲਿੰਗ। ਕੀ ਹੈ ਸਾਡੇ ਕੋਲੇ ਕਲਸਟਰ ਸੈਂਪਲਿੰਗ। ਕਲਸਟਰ ਸੈਂਪਲਿੰਗ ਦਾ ਸੈਕੰਡ ਨੇਮ ਹੈ ਏਰੀਆ ਸੈਂਪਲਿੰਗ। ਸੈਕੰਡ ਨੇਮ ਕੀ ਆ ਏਰੀਆ ਸੈਂਪਲਿੰਗ ਤੇ ਅਗਲਾ ਨੇਮ ਹੈ 2 ਸਟੇਜ ਸੈਂਪਲਿੰਗ। ਅਸੀਂ ਨੈਕਸਟ ਟੈਕਨੀਕ ਕਿਹੜੀ ਪੜਾਂਗੇ ਕਲਸਟਰ ਸੈਂਪਲਿੰਗ। ਉਹਦਾ ਸੈਕੰਡ ਨੇਮ ਕੀ ਆ ਏਰੀਆ ਸੈਂਪਲਿੰਗ ਤੇ ਅਗਲਾ ਨੇਮ ਸਾਡੇ ਕੋਲ ਜੋ ਨੈਕਸਟ ਨੇਮ ਆ ਉਹ ਕੀ ਆ 2 ਸਟੇਜ ਸੈਂਪਲਿੰਗ। ਹੁਣ ਕਲਸਟਰ ਸੈਂਪਲਿੰਗ ਕਲਸਟਰ ਦਾ ਮਤਲਬ ਕੀ ਆ ਗਰੁੱਪ। ਕਲਸਟਰ ਦਾ ਮਤਲਬ ਕੀ ਆ ਗਰੁੱਪ। ਮੰਨ ਲਓ ਐਜ਼ ਏ ਐਗਜ਼ਾਮਪਲ ਅਸੀਂ ਕਿਸੇ ਰੀਜਨ ਉੱਪਰ ਕੰਮ ਕਰ ਰਹੇ ਕੋਈ ਏਰੀਆ ਸਾਡੇ ਕੋਲੇ ਮੰਨ ਲਓ ਪਟਿਆਲਾ ਡਿਸਟ੍ਰਿਕਟ ਦੀ ਗੱਲ ਕਰਦਾ ਐਜ਼ ਏ ਐਗਜ਼ਾਮਪਲ। ਸਾਡੇ ਕੋਲੇ ਇੱਥੇ ਕਿੰਨੇ ਸਕੂਲ ਨੇ 100 ਸਕੂਲ। ਅਸੀਂ 10th ਕਲਾਸ ਦੇ ਬੱਚਿਆਂ ਦੇ ਉੱਪਰ ਕੰਮ ਕਰਨਾ। 10th ਕਲਾਸ ਦੇ ਬੱਚੇ ਐਜ਼ ਏ ਐਗਜ਼ਾਮਪਲ ਮੰਨ ਲਓ ਅਸੀਂ ਕਿੰਨੇ ਸਕੂਲ ਰੱਖੇ 100 ਸਕੂਲ।
ਹੁਣ ਜੋ 100 ਸਕੂਲ ਨੇ, ਇਹ ਮੰਨ ਲਓ ਪਹਿਲਾ ਸਕੂਲ ਹੈ, ਇਹ ਸੈਕੰਡ ਸਕੂਲ ਹੈ, ਇਹ ਥਰਡ ਸਕੂਲ ਹੈ, ਇਹ ਫੋਰਥ ਸਕੂਲ ਹੈ। ਇਸ ਤਰ੍ਹਾਂ ਕਰਦੇ ਕਰਦੇ ਸਾਡੇ ਕੋਲ ਟੋਟਲ ਕਿੰਨੇ ਸਕੂਲ ਨੇ? 100 ਸਕੂਲ ਨੇ। ਇਹ ਵੀ ਕਿਹੜੀ ਕਲਾਸ ਆ? 10th ਕਲਾਸ ਆ। ਇਹ ਵੀ ਕਿਹੜੀ ਕਲਾਸ ਆ? 10th ਕਲਾਸ ਆ। ਇਹ ਵੀ ਕਿਹੜੀ ਕਲਾਸ ਆ? 10th ਕਲਾਸ ਆ। ਤੇ ਇਹ ਵੀ ਕਿਹੜੀ ਕਲਾਸ ਆ? 10th ਕਲਾਸ। ਮੈਂ ਫਿਰ ਦੱਸ ਰਿਹਾ, ਕਲਸਟਰ ਸੈਂਪਲਿੰਗ। ਕਲਸਟਰ ਦਾ ਮਤਲਬ ਕੀ ਹੁੰਦਾ? ਗਰੁੱਪ। ਕਲਸਟਰ ਦਾ ਕੀ ਮਤਲਬ ਹੁੰਦਾ? ਗਰੁੱਪ। ਸਭ ਤੋਂ ਪਹਿਲਾਂ ਅਸੀਂ ਆਪਣੀ ਪਾਪੂਲੇਸ਼ਨ ਦੇ ਹੋਮੋਜੀਨੀਅਸ ਕੀ ਬਣਾਉਂਦੇ ਆ? ਗਰੁੱਪ ਬਣਾਉਂਦੇ ਆ। ਸਭ ਤੋਂ ਪਹਿਲਾਂ ਅਸੀਂ ਆਪਣੀ ਪਾਪੂਲੇਸ਼ਨ ਦੇ ਹੋਮੋਜੀਨੀਅਸ ਕੀ ਬਣਾਉਂਦੇ ਆ? ਗਰੁੱਪ ਬਣਾਉਂਦੇ ਆ। ਮੰਨ ਲਓ ਮੈंने ਐਜ਼ ए ਐਗਜ਼ਾਮਪਲ, ਆਪਾਂ ਇੱਕ ਐਗਜ਼ਾਮਪਲ ਲਈ ਆਪਾਂ ਕਿਹਦੇ ਉੱਪਰ ਕੰਮ ਕਰ ਰਹੇ ਆ? ਪਟਿਆਲਾ ਡਿਸਟ੍ਰਿਕਟ ਦੇ ਉੱਪਰ। ਪਟਿਆਲਾ ਡਿਸਟ੍ਰਿਕਟ ਦੇ ਉੱਪਰ ਅਸੀਂ 10th ਕਲਾਸ ਦੇ ਬੱਚਿਆਂ ਦੇ ਉੱਪਰ ਕੰਮ ਕਰਨਾ ਸੀ। ਕਿਹਦੇ ਉੱਪਰ ਕੰਮ ਕਰਨਾ ਸੀ? 10th ਕਲਾਸ ਦੇ ਬੱਚਿਆਂ ਦੇ ਉੱਪਰ ਕੰਮ ਕਰਨਾ ਸੀ। ਅਸੀਂ ਦੇਖਿਆ ਵੀ ਪਟਿਆਲਾ ਦੇ ਵਿੱਚ ਕਿੰਨੇ ਸਕੂਲ ਨੇ 10th ਕਲਾਸ ਦੇ? 100। ਐਜ਼ ए ਐਗਜ਼ਾਮਪਲ ਲੈ ਲਿਆ ਵੀ ਕਿੰਨੇ ਸਕੂਲ ਨੇ ਸਾਡੇ ਕੋਲੇ? 100। ਇਹ ਫਸਟ ਸਕੂਲ ਆ, ਇਹ ਸੈਕੰਡ, ਇਹ ਥਰਡ। ਇਸ ਤਰ੍ਹਾਂ ਸਾਡੇ ਕੋਲੇ 100 ਕੀ ਬਣ ਗਏ? ਗਰੁੱਪ ਬਣ ਗਏ। ਹੁਣ ਜਿਹੜੇ 100 ਗਰੁੱਪ ਬਣ ਗਏ, ਇਹ ਵੀ ਇੱਕ ਕੀ ਆ? ਕਲਸਟਰ ਆ। ਇਹ ਵੀ ਇੱਕ ਸਕੂਲ ਕੀ ਆ? ਕਲਸਟਰ ਆ। ਇਹ ਵੀ ਇੱਕ ਕੀ ਸਕੂਲ ਆ? ਕਲਸਟਰ ਆ। ਤਾਂ ਟੋਟਲ ਕਲਸਟਰ ਜਿਹੜੇ ਸਾਡੇ ਕੋਲੇ ਕਿੰਨੇ ਬਣ ਗਏ? 100 ਕਲਸਟਰ ਬਣ ਗਏ। ਟੋਟਲ ਜਿਹੜੇ ਸਾਡੇ ਕੋਲ ਕਲਸਟਰ ਬਣ ਗਏ ਉਹ ਕਿੰਨੇ ਬਣ ਗਏ? 100 ਕਲਸਟਰ ਬਣ ਗਏ। ਇਹ ਵੀ ਕਿਹੜੀ ਕਲਾਸ ਆ? 10th ਕਲਾਸ ਆ। ਇਹ ਵੀ ਕਿਹੜੀ ਕਲਾਸ ਆ? 10th ਕਲਾਸ ਆ। ਇਹ ਵੀ ਕਿਹੜੀ ਕਲਾਸ ਆ? 10th ਕਲਾਸ ਆ। ਇਸ ਤਰ੍ਹਾਂ 100 ਤੇ 100 ਦੇ ਵਿੱਚ ਕਿਹੜੀ ਕਲਾਸ ਆ? 10th ਕਲਾਸ ਆ। ਹੁਣ 10th ਕਲਾਸ ਹੀ ਇਹ ਆ ਤੇ 10th ਕਲਾਸ ਹੀ ਇਹ ਆ, ਯਾਨੀ ਕਿ ਪਹਿਲਾ ਕਲਸਟਰ ਤੇ ਦੂਜਾ ਕਲਸਟਰ ਫਿਰ ਆਪਸ ਵਿੱਚ ਕੀ ਨੇ? ਹੋਮੋਜੀਨੀਅਸ। ਕਿਉਂਕਿ ਇਹਦੇ ਵਿੱਚ ਵੀ ਕਿਹੜੀ ਕਲਾਸ ਦੇ ਬੱਚੇ ਨੇ? 10ਵੀਂ ਕਲਾਸ ਦੇ ਬੱਚੇ ਨੇ। ਤੇ ਇਹਦੇ ਵਿੱਚ ਵੀ ਕਿਹੜੀ ਕਲਾਸ ਦੇ ਬੱਚੇ ਨੇ? 10ਵੀਂ ਕਲਾਸ ਦੇ ਬੱਚੇ ਨੇ। ਇਸ ਤਰ੍ਹਾਂ ਇਹ ਵੀ ਆਪਸ ਵਿੱਚ ਕੀ ਆ? ਹੋਮੋਜੀਨੀਅਸ। ਇਸ ਕਰਕੇ 100 ਤੇ 100 ਜਿਹੜੇ ਸਾਡੇ ਕੋਲੇ ਕਲਸਟਰ ਨੇ ਉਹ ਆਪਸ ਵਿੱਚ ਕੀ ਹੋਣਗੇ? ਹੋਮੋਜੀਨੀਅਸ ਹੋਣਗੇ। ਕਿਉਂਕਿ ਇੱਥੇ ਵੀ ਕਿਹੜੀ ਕਲਾਸ ਦੀ ਗੱਲ ਹੋਈ ਆ? 10th ਕਲਾਸ ਦੀ ਗੱਲ ਹੋਈ ਆ। ਇੱਥੇ ਵੀ ਕਿਹੜੀ ਗੱਲ ਹੋਈ ਆ? 10th ਕਲਾਸ ਦੀ ਗੱਲ ਹੋਈ ਆ। ਇੱਥੇ ਵੀ ਕਿਹਦੀ ਗੱਲ ਹੋਈ ਆ? 10th ਕਲਾਸ ਦੀ ਗੱਲ ਹੋਈ ਆ। ਇਹ ਕਲਸਟਰ ਅੰਦਰ ਜਾ ਕੇ, ਇਹ ਕਲਸਟਰ ਅੰਦਰ ਜਾ ਕੇ ਕੀ ਹੋ ਸਕਦੇ ਨੇ? ਹੈਟਰੋਜੀਨੀਅਸ ਹੋ ਸਕਦੇ ਨੇ। ਜੇ ਅਸੀਂ ਕੰਪੈਰੀਜ਼ਨ ਕਰਨਾ ਹੋਵੇ, ਜੇ ਅਸੀਂ ਕੰਪੈਰੀਜ਼ਨ ਕਰਨਾ ਹੋਵੇ ਬॉयਜ਼ ਐਂਡ ਗਰਲਸ ਦਾ, ਯਾਨੀ ਕਿ ਅਕੋਰਡਿੰਗ ਟੂ ਜੈਂਡਰ, ਮੇਲ ਐਂਡ ਫੀਮੇਲ ਦਾ, ਫਿਰ ਉਹ ਮੇਲ ਐਂਡ ਫੀਮੇਲ ਆਪਸ ਵਿੱਚ ਕੀ ਹੋ ਜਾਣਗੇ? ਹੈਟਰੋਜੀਨੀਅਸ। ਜੇ ਅਸੀਂ ਕੰਪੈਰੀਜ਼ਨ ਕਰਨਾ ਹੋਵੇ ਅਰਬਨ ਐਂਡ ਰੂਰਲ ਦਾ, ਤਾਂ ਉਹ ਵੀ ਆਪਸ ਵਿੱਚ ਕੀ ਹੋ ਜਾਣਗੇ? ਹੈਟਰੋਜੀਨੀਅਸ ਹੋ ਜਾਣਗੇ। ਕਿਉਂਕਿ ਅਰਬਨ ਦੀਆਂ ਆਪਣੀਆਂ ਕਰੈਕਟਰਿਸਟਿਕਸ ਨੇ ਤੇ ਰੂਰਲ ਦੀਆਂ ਆਪਣੀਆਂ ਕਰੈਕਟਰਿਸਟਿਕਸ ਨੇ। ਜੇ ਇਸੇ ਤਰ੍ਹਾਂ ਅਸੀਂ ਇਹਨਾਂ ਦਾ ਕੰਪੈਰੀਜ਼ਨ ਕਰਨਾ ਹੋਵੇ ਅਕੋਰਡਿੰਗ ਟੂ ਸਕੂਲ, ਇੱਕ ਪ੍ਰਾਈਵੇਟ ਸਕੂਲ ਨੇ ਤੇ ਇੱਕ ਗਵਰਨਮੈਂਟ ਸਕੂਲ ਨੇ। ਪ੍ਰਾਈਵੇਟ ਸਕੂਲ ਦੀਆਂ ਆਪਣੀਆਂ ਕਰੈਕਟਰਿਸਟਿਕਸ ਨੇ ਤੇ ਗਵਰਨਮੈਂਟ ਸਕੂਲ ਦੀਆਂ ਆਪਣੀਆਂ ਕਰੈਕਟਰਿਸਟਿਕਸ ਨੇ। ਇਹ ਕਲਸਟਰ, ਇਹ ਜਿਹੜਾ ਕਲਸਟਰ ਹੈ ਇਹ ਅੰਦਰ ਜਾ ਕੇ ਆਪਸ ਵਿੱਚ ਕੀ ਹੋ ਸਕਦੇ ਨੇ? ਹੈਟਰੋਜੀਨੀਅਸ ਹੋ ਸਕਦੇ ਨੇ। ਪਰ ਇਹ ਕਲਸਟਰ ਟੂ ਕਲਸਟਰ, ਇਹ ਕਲਸਟਰ ਟੂ ਕਲਸਟਰ ਆਪਸ ਵਿੱਚ ਕੀ ਹੋਣਗੇ? ਹੋਮੋਜੀਨੀਅਸ ਹੋਣਗੇ। ਕਿਉਂਕਿ ਇਹ ਵੀ ਕਿਹੜੀ ਕਲਾਸ ਦਾ ਕਲਸਟਰ ਹੈ? 10th ਕਲਾਸ ਦਾ। ਇਹ ਵੀ ਕਿਹੜੀ ਕਲਾਸ ਦਾ ਕਲਸਟਰ ਹੈ? 10th ਕਲਾਸ ਦਾ। ਤਾਂ 10th ਆਪਸ ਵਿੱਚ ਕੀ ਆ? ਹੋਮੋਜੀਨੀਅਸ ਆ। ਇਸ ਕਰਕੇ ਇਹ ਕਲਸਟਰ ਟੂ ਕਲਸਟਰ ਕੀ ਹੋਵੇਗਾ? ਹੋਮੋਜੀਨੀਅਸ ਹੋਏਗਾ। ਪਰ ਇਹ ਕਲਸਟਰ ਅੰਦਰ ਜਾ ਕੇ ਜੇ ਅਸੀਂ ਕੰਪੈਰੀਜ਼ਨ ਕਰਨਾ ਤਾਂ ਫਿਰ ਕੀ ਹੋ ਸਕਦੇ ਨੇ? ਹੈਟਰੋਜੀਨੀਅਸ ਹੋ ਸਕਦੇ ਨੇ। ਹੁਣ ਸਾਡੇ ਕੋਲੇ ਟੋਟਲ ਕਲਸਟਰ ਕਿੰਨੇ ਹੋ ਗਏ? 100। ਟੋਟਲ ਕਲਸਟਰ ਕਿੰਨੇ ਹੋ ਗਏ? 100। ਉਹਦੇ ਵਿੱਚੋਂ ਸੈਂਪਲ ਦੇ ਤੌਰ ਤੇ, ਉਹਦੇ ਵਿੱਚ ਅਸੀਂ ਸੈਂਪਲ ਦੇ ਤੌਰ ਤੇ 10 ਕਲਸਟਰ ਕੀ ਕਰਨੇ ਆ? ਸਿਲੈਕਟ ਕਰਨੇ ਆ। ਟੋਟਲ ਕਲਸਟਰ ਕਿੰਨੇ ਨੇ? 100। ਅਸੀਂ ਸੈਂਪਲ ਦੇ ਤੌਰ ਤੇ ਕਿੰਨੇ ਕਲਸਟਰ ਸਿਲੈਕਟ ਕਰਨੇ ਆ? 10। ਅਸੀਂ ਕਿੰਨੇ ਸਿਲੈਕਟ ਕਰਨੇ ਆ? 10। ਅਸੀਂ ਇਹਨਾਂ 100 ਦੀ ਕੀ ਪਾਵਾਂਗੇ? ਲੋਟਰੀ ਪਾਵਾਂਗੇ। ਕਿਉਂਕਿ ਇਹ 100 ਤੇ 100 ਕਲਸਟਰ ਕੀ ਨੇ? ਹੋਮੋਜੀਨੀਅਸ ਨੇ। ਅਸੀਂ ਇਹਨਾਂ 100 ਦੀ ਕੀ ਪਾਵਾਂਗੇ? ਲੋਟਰੀ ਪਾਵਾਂਗੇ। ਉਹਦੇ ਵਿੱਚੋਂ 10 ਪਰਚੀਆਂ ਅਸੀਂ ਕੀ ਕਰ ਲਾਂਗੇ? ਸਿਲੈਕਟ ਕਰ ਲਾਂਗੇ। ਜੋ 10 ਪਰਚੀਆਂ, ਜੋ 10 ਪਰਚੀਆਂ ਸਾਡੀਆਂ ਰੈਂਡਮਲੀ ਸਿਲੈਕਟ ਹੋਣਗੀਆਂ, ਉਹ ਸਕੂਲ ਐਜ਼ ਏ ਸੈਂਪਲ ਸਾਡੇ ਕੀ ਹੋ ਜਾਣਗੇ? ਸਿਲੈਕਟ ਹੋ ਜਾਣਗੇ। ਮੈਂ ਫੇਰ ਦੱਸ ਰਿਹਾ, ਇਹ 100 ਤੇ 100 ਜਿਹੜੇ ਕਲਸਟਰ ਨੇ ਇਹ ਆਪਸ ਵਿੱਚ ਕੀ ਨੇ? ਹੋਮੋਜੀਨੀਅਸ ਨੇ। ਇਹ ਆਪਸ ਵਿੱਚ ਕੀ ਨੇ? ਹੋਮੋਜੀਨੀਅਸ ਨੇ। ਜਦੋਂ ਸਾਡੀ ਪਾਪੂਲੇਸ਼ਨ ਹੋਮੋਜੀਨੀਅਸ ਹੁੰਦੀ ਆ ਅਸੀਂ ਕਿਹੜਾ ਮੈਥਡ ਲਗਾਵਾਂਗੇ? ਸਿੰਪਲ ਰੈਂਡਮ ਸੈਂਪਲਿੰਗ। ਅਸੀਂ ਇਹਨਾਂ 100 ਦੀ ਕੀ ਪਾਵਾਂਗੇ? ਪਰਚੀਆਂ ਪਾਵਾਂਗੇ। ਕਿਉਂਕਿ ਲੋਟਰੀ ਟੈਕਨੀਕ ਈਜ਼ੀ ਟੈਕਨੀਕ ਆ। ਅਸੀਂ 100 ਦੇ 100 ਦੀਆਂ ਪਰਚੀਆਂ ਪਾਵਾਂਗੇ। ਉਹਦੇ ਵਿੱਚੋਂ 10 ਪਰਚੀਆਂ ਕੀ ਕਰ ਲਾਂਗੇ? ਸਿਲੈਕਟ ਕਰ ਲਾਂਗੇ। ਜੋ 10 ਪਰਚੀਆਂ ਅਸੀਂ ਸਿਲੈਕਟ ਕੀਤੀਆਂ ਉਹ 10 ਕਲਸਟਰ ਸਾਡੇ ਐਜ਼ ਏ ਸੈਂਪਲ ਕੀ ਹੋ ਜਾਣਗੇ? ਸਿਲੈਕਟ ਹੋ ਜਾਣਗੇ। ਉਹਨਾਂ ਦੇ ਵਿੱਚ ਅਸੀਂ ਜਾਵਾਂਗੇ, ਉੱਥੋਂ ਜਾ ਕੇ ਡਾਟਾ ਕੀ ਕਰ ਲਾਂਗੇ?
ਕਲੈਕਟ ਕਰ ਲਾਂਗੇ। ਇਸ ਤਰ੍ਹਾਂ ਉਸ ਟੈਕਨੀਕ ਨੂੰ ਕੀ ਕਹਿੰਦੇ ਨੇ? ਕਲਸਟਰ ਸੈਂਪਲਿੰਗ ਕਹਿੰਦੇ ਨੇ। ਆਮ ਤੌਰ ਤੇ ਯਾਦ ਰੱਖਣਾ ਬੱਚੇ, ਕਦੇ ਵੀ ਇਹ ਲਿਖਿਆ ਆ ਜੇ ਸਲਮ ਏਰੀਆ ਜਾਂ ਟ੍ਰੈਵਲ ਏਰੀਆ, ਇਹਦੇ ਉੱਪਰ ਕਦੇ ਵੀ ਕੁਐਸਚਨ ਆ ਜੇ ਸਲਮ ਏਰੀਆ ਜਾਂ ਕਿਹਦੇ ਉੱਪਰ? ਟ੍ਰੈਵਲ ਏਰੀਆ। ਇਹਦੇ ਉੱਪਰ ਕਦੇ ਵੀ ਕੁਐਸਚਨ ਆ ਜੇ ਤਾਂ ਸਾਡੀ ਉੱਥੇ ਜਿਹੜੀ ਟੈਕਨੀਕ ਲੱਗੇਗੀ ਉਹ ਕਿਹੜੀ ਲੱਗੇਗੀ? ਕਲਸਟਰ ਸੈਂਪਲਿੰਗ ਲੱਗੇਗੀ। ਕਿਉਂ ਲੱਗੇਗੀ? ਹੁਣ ਜਿਹੜੇ ਸਲਮ ਏਰੀਆ ਯਾਨੀ ਕਿ ਝੁੱਗੀ ਝੌਪੜੀਆਂ ਦੇ ਵਿੱਚ ਲੋਕ ਰਹਿੰਦੇ ਨੇ, ਉਹਨਾਂ ਦੇ ਆਪਣੇ ਆਪਣੇ ਕੀ ਬਣੇ ਹੁੰਦੇ ਨੇ? ਕਲਸਟਰ ਬਣੇ ਹੁੰਦੇ ਨੇ। ਇੱਕ ਗਰੁੱਪ ਇੱਥੇ ਬਹਿ ਗਿਆ, ਇੱਕ ਕਲਸਟਰ ਇੱਥੇ ਬਹਿ ਗਿਆ, ਇੱਕ ਕਲਸਟਰ ਕਿਤੇ ਹੋਰ ਜਗ੍ਹਾ ਤੇ ਬੈਠਾ, ਬਟ ਹੈ ਤਾਂ ਸਾਰੇ ਕੀ ਨੇ? ਸਲਮ ਏਰੀਆ ਨੇ। ਤਾਂ ਪਹਿਲਾ ਜੋ ਕਲਸਟਰ, ਜੋ ਪਹਿਲਾ ਗਰੁੱਪ ਆ ਤੇ ਜਿਹੜਾ ਦੂਜਾ ਗਰੁੱਪ ਆ, ਉਹ ਆਪਸ ਵਿੱਚ ਕੀ ਹੋਣਗੇ? ਹੋਮੋਜੀਨੀਅਸ ਹੋਣਗੇ। ਇਸ ਤਰ੍ਹਾਂ ਕਦੇ ਵੀ ਜਦੋਂ ਸਲਮ ਏਰੀਆ ਆਉਂਦਾ ਜਾਂ ਟ੍ਰਾਈਬਲ ਏਰੀਆ ਦੇ ਉੱਪਰ ਸਾਨੂੰ ਕਦੇ ਵੀ ਕੁਐਸਚਨ ਆਵੇ ਤਾਂ ਸਾਡਾ ਆਨਸਰ ਉੱਥੇ ਕਿਹੜੀ ਸੈਂਪਲਿੰਗ ਟੈਕਨੀਕ ਹੋਵੇਗਾ? ਕਲਸਟਰ ਸੈਂਪਲਿੰਗ ਹੋਵੇਗਾ। ਬੋਲੋ ਕਲੀਅਰ ਆ? ਥਰਡ ਵਨ ਅਸੀਂ ਇਹਦੇ ਵਿੱਚ ਪੜਾਂਗੇ ਮਲਟੀ ਸਟੇਜ ਸੈਂਪਲਿੰਗ। थर्ड वन ਅਸੀਂ ਪੜਾਂਗੇ ਮਲਟੀ ਸਟੇਜ ਸੈਂਪਲਿੰਗ। ਮਲਟੀ ਸਟੇਜ ਸੈਂਪਲਿੰਗ ਵੀ ਕਿੱਥੇ ਲੱਗੇਗੀ? ਜਿੱਥੇ ਪੋਪੂਲੇਸ਼ਨ ਕੀ ਹੋਏਗੀ? ਲਾਰਜ। ਜਿੱਥੇ ਪੋਪੂਲੇਸ਼ਨ ਕੀ ਹੋਏਗੀ? ਲਾਰਜ। ਇਹ ਕਿਵੇਂ ਲੱਗੇਗੀ? ਫॉर एग्जांपल ਮੰਨ ਲਓ ਅਸੀਂ SBI ਬੈਂਕ ਉੱਪਰ ਕੰਮ ਕਰਨਾ, ਸਾਡਾ ਟੌਪਿਕ ਹੈ, ਸਾਡੀ ਪ੍ਰੋਬਲਮ ਹੈ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ। ਕਿਹਦੇ ਵਿੱਚ? ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਜਿਹੜੇ ਪਰਸਨ ਵਰਕਰ ਜਿਹੜੇ ਕੰਮ ਕਰਦੇ ਨੇ ਉਹਨਾਂ ਦੀ ਵਰਕਿੰਗ ਐਫੀਸ਼ੀਐਂਸੀ ਦੇ ਉੱਪਰ ਦੇਖਣਾ, ਅਭੀ ਉਹਨਾਂ ਦੀ ਕਿੰਨੀ ਕੁ ਵਰਕਿੰਗ ਐਫੀਸ਼ੀਐਂਸੀ ਹੈ ਤੇ ਕਿੰਨੀ ਕੁ ਵਰਕਿੰਗ ਐਫੀਸ਼ੀਐਂਸੀ ਨਹੀਂ ਹੈ। ਮੈਂ ਫਿਰ ਦੱਸ ਰਿਹਾ, ਮੰਨ ਲਓ ਅਸੀਂ ਟੌਪਿਕ ਸਿਲੈਕਟ ਕੀਤਾ ਹੋਇਆ ਰਿਸਰਚ ਦੇ ਵਿੱਚ ਵੀ ਜਿਹੜੇ ਵਰਕਰ, ਜਿਹੜੇ ਪਰਸਨ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਕੰਮ ਕਰਦੇ ਨੇ, ਕਿਹਦੇ ਵਿੱਚ ਕੰਮ ਕਰਦੇ ਨੇ? ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੀ ਵਰਕਿੰਗ ਐਫੀਸ਼ੀਐਂਸੀ ਦੇਖਣੀ ਆ ਕਿੰਨੀ ਕੁ ਹੈ ਤੇ ਕਿੰਨੀ ਕੁ ਨਹੀਂ ਹੈ। ਤਾਂ ਉੱਥੇ ਅਸੀਂ ਜਿਹੜਾ ਟੌਪਿਕ ਉੱਥੇ ਜਿਹੜੀ ਟੈਕਨੀਕ ਲਗਾਉਣ ਦੀ ਕੋਸ਼ਿਸ਼ ਕਰਾਂਗੇ ਉਹ ਕਿਹੜੀ ਕਰਾਂਗੇ? ਮਲਟੀ ਸਟੇਜ ਸੈਂਪਲਿੰਗ। ਹੁਣ ਮਲਟੀ ਸਟੇਜ ਸੈਂਪਲਿੰਗ ਕਿਵੇਂ ਲੱਗੇਗੀ? ਅਸੀਂ ਗੱਲ ਕਰਨੀ ਆ ਸਟੇਟ ਬੈਂਕ ਆਫ ਇੰਡੀਆ ਦੀ, ਟੋਟਲ ਕਿੰਨੇ ਦੇ ਕਰਨੀ ਆ? ਇੰਡੀਆ ਲੈਵਲ ਤੇ। ਕਿੰਨੇ ਲੈਵਲ ਤੇ ਗੱਲ ਕਰਨੀ ਆ? ਇੰਡੀਆ ਲੈਵਲ ਤੇ ਗੱਲ ਕਰਨੀ ਆ। ਹੁਣ ਇੰਡੀਆ ਲੈਵਲ ਤੇ ਜੇ ਮੈਂ ਹੁਣ ਕਹਾਂ ਇੰਡੀਆ ਦੇ ਵਿੱਚ ਟੋਟਲ ਕਿੰਨੀਆਂ ਸਟੇਟ ਨੇ? 28। ਅੱਜ ਦੇ ਟਾਈਮ ਟੋਟਲ ਇੰਡੀਆ ਦੇ ਵਿੱਚ ਕਿੰਨੀਆਂ ਸਟੇਟ ਨੇ? 28। ਜੇ ਹੁਣ ਮੈਂ 28 ਤੇ 28 ਅਕੋਰਡਿੰਗ ਟੂ ਇੰਡੀਆ, 28 ਸਟੇਟ ਨੇ ਜਿਹੜੀਆਂ ਅਕੋਰਡਿੰਗ ਟੂ ਇੰਡੀਆ ਕੀ ਨੇ? ਹੋਮੋਜੀਨੀਅਸ ਨੇ। ਅਕੋਰਡਿੰਗ ਟੂ ਇੰਡੀਆ ਕੀ ਨੇ? ਹੋਮੋਜੀਨੀਅਸ ਨੇ। ਜਿਵੇਂ ਪੰਜਾਬ ਆ, ਪੰਜਾਬ ਵੀ ਕਿਹਦੀ ਸਟੇਟ ਆ? ਇੰਡੀਆ ਦੀ। ਹਰਿਆਣਾ ਵੀ ਕਿਹਦੀ ਸਟੇਟ ਆ? ਇੰਡੀਆ ਦੀ। ਹਿਮਾਚਲ ਵੀ ਕਿਹਦੀ ਸਟੇਟ ਆ? ਇੰਡੀਆ ਦੀ। ਅਕੋਰਡਿੰਗ ਟੂ ਇੰਡੀਆ ਇਹ ਤਿੰਨੋਂ ਸਟੇਟ ਆਪਸ ਵਿੱਚ ਕੀ ਨੇ? ਹੋਮੋਜੀਨੀਅਸ ਨੇ। ਤੇ ਇਸ ਤਰ੍ਹਾਂ 28 ਤੇ 28 ਜਿਹੜੀਆਂ ਸਟੇਟ ਆ ਉਹ ਅਕੋਰਡਿੰਗ ਟੂ ਇੰਡੀਆ, ਅਕੋਰਡਿੰਗ ਟੂ ਇੰਡੀਆ ਉਹ ਕੀ ਨੇ? ਹੋਮੋਜੀਨੀਅਸ ਨੇ। ਉਹ ਕੀ ਨੇ? ਹੋਮੋਜੀਨੀਅਸ ਨੇ। ਜੇ ਮੈਂ ਇਹਨਾਂ ਦੀ ਲੋਟਰੀ ਪਾ ਦਾਂ, ਮੰਨ ਲਓ ਮੈਂ ਇਹਦੇ ਵਿੱਚੋਂ 4 ਜਾਂ 3 ਸਟੇਟ ਐਜ਼ ਏ ਸੈਂਪਲ ਸਿਲੈਕਟ ਕਰਨੀ ਆ 28 ਦੇ ਵਿੱਚੋਂ, 28 ਦੇ ਵਿੱਚੋਂ ਮੈਂ ਲੋਟਰੀ ਪਾ ਦਾਂ। ਲੋਟਰੀ ਪਾ ਕੇ ਮੰਨ ਲਓ ਮੈਨੇ ਅਸੀਂ ਰੈਂਡਮਲੀ ਸਿਲੈਕਟ ਕਰ ਲਿਆ, ਉਹਦੇ ਵਿੱਚ ਆ ਗਿਆ ਇੱਕ ਪੰਜਾਬ, ਇੱਕ ਆ ਗਿਆ ਹਰਿਆਣਾ, ਇੱਕ ਆ ਗਿਆ ਹਿਮਾਚਲ। ਤਾਂ ਓਨਲੀ ਤੇ ਓਨਲੀ ਜਿਹੜੀ ਸਾਨੂੰ ਨੌਲੇਜ ਮਿਲੇਗੀ ਉਹ ਕਿੱਥੋਂ ਦੀ ਮਿਲੇਗੀ? ਨਾਰਥ ਦੀ ਮਿਲੇਗੀ। ਤੇ ਸਾਨੂੰ ਦੂਸਰੇ ਬਾਰੇ ਪਤਾ ਨਹੀਂ ਚੱਲਣਾ, ਜੋ ਦੂਸਰਾ ਏਰੀਆ ਜਿਵੇਂ ਸਾਊਥ ਆ, ਵੈਸਟ ਆ, ਈਸਟ ਆ, ਉਹਦੇ ਬਾਰੇ ਸਾਨੂੰ ਪ੍ਰੋਪਰ ਨੌਲੇਜ ਨਹੀਂ ਮਿਲਣੀ ਵੀ ਉਧਰ ਲੋਕਾਂ ਦੀ ਜੋ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਕੰਮ ਕਰਦੇ ਨੇ, ਜੋ ਕਿਹਦੇ ਵਿੱਚ ਕੰਮ ਕਰਦੇ ਨੇ? ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੀ ਵਰਕਿੰਗ ਐਫੀਸ਼ੀਐਂਸੀ ਕਿੰਨੀ ਕੁ ਹੈ। ਇਸ ਕਰਕੇ ਅਸੀਂ ਇੰਡੀਆ ਨੂੰ ਕਿੰਨੇ ਪਾਰਟਸ ਵਿੱਚ ਡਿਵਾਈਡ ਕਰਾਂਗੇ? 4। 4 ਪਹਿਲਾ ਕੀ ਆ? ਨਾਰਥ, ਸੈਕੰਡ ਸਾਊਥ, ਥਰਡ ਮੰਨ ਲਓ ਵੈਸਟ ਲਿਖ ਲਓ ਜਾਂ ਈਸਟ ਲਿਖ ਲਓ, ਤੇ ਫੋਰਥ ਅਸੀਂ ਲਿਖ ਲਿਆ ਵੈਸਟ। ਅਸੀਂ ਇੰਡੀਆ ਨੂੰ ਕਿੰਨੇ ਪਾਰਟਸ ਵਿੱਚ ਡਿਵਾਈਡ ਕੀਤਾ? 4, ਯਾਨੀ ਕਿ ਨਾਰਥ, ਸਾਊਥ, ਈਸਟ ਐਂਡ ਵੈਸਟ। ਹੁਣ ਸਾਨੂੰ ਹਰੇਕ ਪਾਸੋਂ ਨੌਲੇਜ ਮਿਲੇਗੀ ਵੀ ਨਾਰਥ ਵਾਲੀ ਸਾਈਡ ਉਹਨਾਂ ਦੀ ਕਿੰਨੀ ਕੁ ਵਰਕਿੰਗ ਐਫੀਸ਼ੀਐਂਸੀ ਆ, ਈਸਟ ਵਾਲੀ ਸਾਈਡ ਕਿੰਨੀ ਕੁ ਵਰਕਿੰਗ ਐਫੀਸ਼ੀਐਂਸੀ ਆ, ਤੇ ਸਾਊਥ ਵਾਲੀ ਸਾਈਡ ਕਿੰਨੀ ਕੁ ਵਰਕਿੰਗ ਐਫੀਸ਼ੀਐਂਸੀ ਆ। ਹੁਣ ਟੋਟਲ ਇੰਡੀਆ ਦੇ ਵਿੱਚ ਸਟੇਟ ਕਿੰਨੀ ਨੇ? 28।
टोटल कितनी स्टेट ने 28। मैं और एग्जांपल फॉर एग्जांपल लेना भी मान लो नॉर्थ वाली स्टेट कितनी ने 8 ने मैनू नहीं पता मैं एज ए एग्जांपल ले रहा नॉर्थ वाली साइड कितनी ने 8 ते साउथ वाली साइड भी असी मान लो रख लिया कितनी ने 8 ते इधर असी रख लिया कितनी ने 6 ते इत्थे कितनी रख लिया 4 नॉर्थ दे विच किहदे विच नॉर्थ दे विच जिहड़ियां 8 स्टेट ने वो अकॉर्डिंग टू नॉर्थ मेरी गल नूं फॉलो कर रहे हो अकॉर्डिंग टू नॉर्थ 8 ते 8 स्टेट आपस विच होमोजीनियस है कि हेट्रोजीनियस है होमोजीनियस है क्योंकि 8 ते 8 स्टेट कित्थों दियां ने नॉर्थ दियां ने बट नॉर्थ ते साउथ दियां स्टेट आपस विच की ने हेट्रोजीनियस ने आपस विच की ने सॉरी हेट्रोजीनियस ने मैं फिर दस रहा ये नॉर्थ दियां जिहड़ियां 8 स्टेट ने ये आपस विच की ने होमोजीनियस ने क्योंकि किहदियां स्टेट ने नॉर्थ दियां ने ये साउथ दियां 8 स्टेट आपस विच की ने होमोजीनियस ने ईस्ट दियां 6 स्टेट आपस विच की ने होमोजीनियस ने वेस्ट दियां 4 स्टेट आपस विच की ने होमोजीनियस ने पर ये आपस विच नॉर्थ दे साउथ ईस्ट या वेस्ट आपस विच की ने हेट्रोजीनियस ने बोलो क्लियर है हुण ये 8 स्टेट ने ਇਹਦੇ ਵਿੱਚੋਂ एज ए सैंपल 2 स्टेट ਅਸੀਂ ਸਿਲੈਕਟ ਕਰਨੀਆਂ ਅਸੀਂ ਫਿਰ ਇਹਨਾਂ ਦੀ ਕੀ ਪਾਵਾਂਗੇ ਲੌਟਰੀ ਅਸੀਂ ਇਹਨਾਂ ਦੀ ਕੀ ਪਾਵਾਂਗੇ ਲੌਟਰੀ ਅਸੀਂ 8 ਪਰਚੀਆਂ ਇਹਨਾਂ ਦੀਆਂ ਪਾਈਆਂ ਉਹਦੇ ਵਿੱਚ 2 ਪਰਚੀਆਂ ਐਜ਼ ਏ ਸੈਂਪਲ ਕੀ ਕਰ ਲਾਂਗੇ ਸਿਲੈਕਟ ਕਰ ਲਾਂਗੇ ਇੱਥੋਂ ਵੀ ਫਿਰ ਲੌਟਰੀ ਪਾ ਕੇ ਕਿੰਨੀਆਂ ਸਿਲੈਕਟ ਕਰ ਲੀਆਂ 2 ਇੱਥੋਂ ਵੀ ਲੌਟਰੀ ਪਾ ਕੇ ਅਸੀਂ ਕਿੰਨੀਆਂ ਸਿਲੈਕਟ ਕਰ ਲੀਆਂ 2 ਇੱਥੋਂ ਅਸੀਂ ਮੰਨ ਲਓ ਕਿੰਨੀ ਕਰ ਲਏ 1 ਕਿਉਂਕਿ ਇੱਥੋਂ ਦਾ ਪ੍ਰਪੋਰਸ਼ਨ ਜ਼ਿਆਦਾ ਸੀ ਇੱਥੋਂ ਦਾ ਪ੍ਰਪੋਰਸ਼ਨ ਕੀ ਸੀ ਘੱਟ ਸੀ ਅਸੀਂ ਹੁਣ ਫਿਰ ਦੱਸ ਰਹੇ ਹਾਂ ਜੋ ਨਾਰਥ ਦੀਆਂ 8 ਸਟੇਟ ਨੇ नॉर्थ ਦੀਆਂ ਕਿਨੇ 8 ਸਟੇਟ ਨੇ ਇਹ ਆਪਸ ਵਿੱਚ ਕੀ ਨੇ ਹੋਮੋਜੀਨੀਅਸ ਨੇ ਤਾਂ ਹੋਮੋਜੀਨੀਅਸ ਜਦੋਂ ਪਾਪੂਲੇਸ਼ਨ ਹੁੰਦੀ ਆ ਤਾਂ ਉੱਥੇ ਅਸੀਂ ਕਿਹੜਾ ਮੈਥਡ ਲਗਾਉਂਦੇ ਆ ਸਿੰਪਲ ਰੈਂਡਮ ਸੈਂਪਲਿੰਗ ਅਸੀਂ ਉਹਨਾਂ ਦੀ ਲੋਟਰੀ ਪਾਈ 8 ਦੇ ਵਿੱਚੋਂ ਕਿੰਨੇ ਸੈਂਪਲ ਸਿਲੈਕਟ ਕਰ ਲਿਆ 2 ਸਟੇਟ ਦਾ ਇੱਥੋਂ ਵੀ ਕਿੰਨੇ ਦਾ ਕਰ ਲਿਆ 2 ਦਾ ਇੱਥੋਂ ਵੀ ਕਿੰਨੇ ਦਾ ਕਰ ਲਿਆ 2 ਦਾ ਇੱਥੋਂ ਵੀ ਕਿੰਨੇ ਦਾ ਕਰ ਲਿਆ 1 ਦਾ ਹੁਣ ਜਿਹੜੀਆਂ ਇਹ 2 ਤੇ 2 ਸਟੇਟ ਨੇ ਇਹ ਆਪਸ ਵਿੱਚ ਕੀ ਨੇ ਹੋਮੋਜੀਨੀਅਸ ਨੇ ਕਿਹਦੇ ਅਕੋਰਡਿੰਗ ਨਾਰਥ ਦੇ ਅਕੋਰਡਿੰਗ ਮੰਨ ਲਓ ਇੱਕ ਸਟੇਟ ਇਹ ਆ ਤੇ ਇੱਕ ਸਟੇਟ ਇਹ ਆ ਇਹਦੇ ਵਿੱਚ ਹੁਣ ਇੱਥੋਂ ਗੱਲ ਸਟੇਟ ਤੇ ਆ ਗਈ ਗੱਲ ਕਿੱਥੋਂ ਤੱਕ ਪਹੁੰਚ ਗਈ ਸਟੇਟ ਤੱਕ ਹੁਣ ਸਟੇਟ ਤੋਂ ਅਸੀਂ ਕਿੱਥੇ ਆਵਾਂਗੇ ਡਿਸਟ੍ਰਿਕਟ ਤੇ ਸਟੇਟ ਤੋਂ ਕਿੱਥੇ ਆਵਾਂਗੇ ਡਿਸਟ੍ਰਿਕਟ ਤੇ ਮੰਨ ਲਓ ਜਿਹੜੀ ਇਹ ਫਸਟ ਸਟੇਟ ਹੈ ਇਹਦੇ ਵਿੱਚ 20 ਡਿਸਟ੍ਰਿਕਟ ਨੇ ਇਹਦੇ ਵਿੱਚ ਮੰਨ ਲਓ 15 ਨੇ ਇਹਦੇ ਵਿੱਚ ਮੰਨ ਲਓ 20 ਨੇ ਇਹਦੇ ਵਿੱਚ ਮੰਨ ਲਓ 10 ਨੇ ਇਹਦੇ ਵਿੱਚ 20 ਨੇ ਇਹਦੇ ਵਿੱਚ ਮੰਨ ਲਓ 15 ਨੇ ਹੁਣ ਜਿਹੜੇ 20 ਤੇ 20 ਡਿਸਟ੍ਰਿਕਟ ਨੇ ਇਹ ਆਪਸ ਵਿੱਚ ਕੀ ਨੇ ਹੋਮੋਜੀਨੀਅਸ ਨੇ ਇਹ ਜਿਹੜੇ 20 ਤੇ 20 ਡਿਸਟ੍ਰਿਕਟ ਨੇ ਇਹ ਆਪਸ ਵਿੱਚ ਕੀ ਨੇ ਹੋਮੋਜੀਨੀਅਸ ਨੇ ਕਿਉਂਕਿ ਇਹ ਇੱਕੋ ਹੀ ਸਟੇਟ ਦੇ ਨੇ ਮੰਨ ਲਓ ਜਿਵੇਂ ਮੈਂ ਐਗਜ਼ਾਮਪਲ ਲਵਾਂ ਪੰਜਾਬ ਦੀ ਪੰਜਾਬ ਦੇ ਵਿੱਚ ਕਿੰਨੇ ਡਿਸਟ੍ਰਿਕਟ ਨੇ 22 ਅਕੋਰਡਿੰਗ ਟੂ ਪੰਜਾਬ ਇਹ 22 ਤੇ 22 ਡਿਸਟ੍ਰਿਕਟ ਆਪਸ ਵਿੱਚ ਕੀ ਨੇ ਹੋਮੋਜੀਨੀਅਸ ਨੇ ਭਾਵਾਂ ਦੀ ਪਟਿਆਲਾ ਉਹ ਵੀ ਕਿਹਦਾ ਡਿਸਟ੍ਰਿਕਟ ਆ ਪੰਜਾਬ ਦਾ ਭਾਵਾਂ ਦੀ ਮੋਹਾਲੀ ਆ ਉਹ ਵੀ ਕਿਹਦਾ ਡਿਸਟ੍ਰਿਕਟ ਆ ਪੰਜਾਬ ਦਾ ਤਾਂ ਇਹ 22 ਤੇ 22 ਡਿਸਟ੍ਰਿਕਟ ਆਪਸ ਵਿੱਚ ਕੀ ਹੋਣਗੇ ਹੋਮੋਜੀਨੀਅਸ ਹੋਣਗੇ ਅਸੀਂ ਇਹਨਾਂ ਦੀ ਕੀ ਪਾਵਾਂਗੇ लॉटरी ਉਹਦੇ ਵਿੱਚੋਂ ਮੰਨ ਲਓ ਕਿੰਨੇ ਡਿਸਟ੍ਰਿਕਟ ਸਿਲੈਕਟ ਕਰ ਲਏ 4 ਇਧਰੋਂ ਅਸੀਂ ਕਿੰਨੇ ਡਿਸਟ੍ਰਿਕਟ ਸਿਲੈਕਟ ਕਰ ਲਏ 3 ਇੱਥੋਂ ਵੀ ਕਿੰਨੇ ਕਰ ਲਏ 4 ਇੱਥੋਂ ਕਿੰਨੇ ਕਰ ਲਏ 2 ਇੱਥੋਂ ਮੰਨ ਲਓ ਅਸੀਂ ਕਿੰਨੇ ਕਰ ਲਏ 4 ਇੱਥੋਂ ਕਿੰਨੇ ਕਰ ਲਏ 3 ਇੱਥੋਂ ਵੀ ਅਸੀਂ ਮੰਨ ਲਓ ਸਾਡੇ ਕੋਲ 20 ਡਿਸਟ੍ਰਿਕਟ ਸੀ ਕਿੰਨੇ ਸਿਲੈਕਟ ਕਰ ਲਏ 4 ਹੁਣ ਦੇਖੋ ਪਹਿਲਾਂ ਗੱਲ ਕਿਹਦੀ ਹੋ ਰਹੀ ਸੀ ਇੰਡੀਆ ਦੀ ਉੱਥੋਂ ਅਸੀਂ ਕਿੱਥੇ ਪਹੁੰਚ ਗਏ ਸਟੇਟ ਤੋਂ ਅਸੀਂ ਕਿੱਥੇ ਪਹੁੰਚ ਗਏ ਡਿਸਟ੍ਰਿਕਟ ਤੇ ਜੇ ਸਾਨੂੰ ਅਜੇ ਵੀ ਲੱਗੇ ਵੀ ਸਾਡੀ ਹਜੇ ਵੀ ਪਾਪੂਲੇਸ਼ਨ ਕੀ ਆ ਜ਼ਿਆਦਾ ਗਈ ਤਾਂ ਅਸੀਂ ਡਿਸਟ੍ਰਿਕਟ ਤੋਂ ਕਿੱਥੇ ਆ ਸਕਦੇ ਹਾਂ ਬਲਾਕ ਦੇ ਵਿੱਚ ਅਸੀਂ ਫਿਰ ਬਲਾਕ ਦੇ ਵਿੱਚ ਆ ਕੇ ਦੇਖਾਂਗੇ ਉੱਥੇ ਕਿੰਨੀਆਂ ਸਟੇਟ ਬੈਂਕ ਆਫ ਇੰਡੀਆ ਨੇ ਉਹਨਾਂ ਦੇ ਵਿੱਚ ਕੱਲੇ ਦੇ ਵਿੱਚ ਜਾ ਕੇ ਅਸੀਂ ਕੀ ਲੈ ਲਾਂਗੇ ਡਾਟਾ ਲੈ ਲਾਂਗੇ ਇਸ ਤਰ੍ਹਾਂ ਅਸੀਂ ਆਪਣੇ ਡਾਟੇ ਨੂੰ ਡਿਫਰੈਂਟ ਸਟੇਜ ਦੇ ਵਿੱਚ ਕੀ ਕਰਤਾ ਡਿਵਾਈਡ ਕਰਤਾ ਪਹਿਲੀ ਸਟੇਜ ਕੀ ਸੀ ਇੰਡੀਆ ਸੈਕੰਡ ਕਾਦੇ ਵਿੱਚ ਆ ਗਿਆ ਸਟੇਟ ਤੋਂ ਫਿਰ ਕਿਹਦੇ ਵਿੱਚ ਆ ਗਿਆ ਡਿਸਟ੍ਰਿਕਟ ਤੋਂ ਨੀਚੇ ਕਿਹਦੇ ਵਿੱਚ ਆ ਜਾਣਗੇ ਬਲਾਕ
ਨੀਚੇ ਕਿਹਦੇ ਵਿੱਚ ਆ ਜਾਣਗੇ ਬਲੌਕ। ਇਸ ਤਰ੍ਹਾਂ ਡਿਫਰੈਂਟ ਸਟੇਜ ਦੇ ਵਿੱਚ ਆਪਣੇ ਡਾਟੇ ਨੂੰ ਕੀ ਕੀਤਾ ਡਿਵਾਈਡ। ਤਾਂ ਇਸ ਸੈਂਪਲਿੰਗ ਟੈਕਨੀਕ ਨੂੰ ਕਿਹੜੀ ਟੈਕਨੀਕ ਕਹਿੰਦੇ ਨੇ ਮਲਟੀ ਸਟੇਜ ਸੈਂਪਲਿੰਗ ਕਹਿੰਦੇ ਨੇ। ਬੋਲੋ ਕਲੀਅਰ ਹੈ। ਮੈਂ ਫੇਰ ਦੱਸ ਰਿਹਾ ਮਲਟੀ ਸਟੇਜ ਸੈਂਪਲਿੰਗ ਕਿੱਥੇ ਲੱਗੇਗੀ ਜਿੱਥੇ ਪਾਪੂਲੇਸ਼ਨ ਕੀ ਹੋਏਗੀ ਲਾਰਜ, ਜਿੱਥੇ ਪਾਪੂਲੇਸ਼ਨ ਕੀ ਹੋਏਗੀ ਲਾਰਜ। ਤੇ ਦੂਸਰਾ ਅਸੀਂ ਆਪਣੀ ਪਾਪੂਲੇਸ਼ਨ ਨੂੰ ਵੱਖਰੀਆਂ ਸਟੇਜ ਦੇ ਵਿੱਚ ਕੀ ਕਰਾਂਗੇ ਡਿਵਾਈਡ ਕਰਾਂਗੇ। ਮੰਨ ਲਓ ਪਹਿਲਾਂ ਇੰਡੀਆ ਸੀ, ਇੰਡੀਆ ਤੋਂ ਕਿੱਥੇ ਆ ਗਏ ਸਟੇਟ ਤੋਂ ਕਿੱਥੇ ਆ ਗਏ ਡਿਸਟ੍ਰਿਕਟ। ਜੇ ਸਾਨੂੰ ਹਜੇ ਵੀ ਲੱਗੇਗਾ ਵੀ ਸਾਡੀ ਪਾਪੂਲੇਸ਼ਨ ਇੱਥੇ ਜ਼ਿਆਦਾ, ਉੱਥੋਂ ਕਿੱਥੇ ਆ ਜਾਣਗੇ ਬਲੌਕ। ਉਸ ਤੋਂ ਬਾਅਦ ਅਸੀਂ ਉਸ ਬਲੌਕ ਦੇ ਵਿੱਚ ਜਿੰਨੀਆਂ ਵੀ ਬੈਂਕਾਂ ਹੋਣਗੀਆਂ, ਜਿੰਨੀਆਂ ਵੀ ਬੈਂਕਸ ਹੋਣਗੀਆਂ, ਉਹਨਾਂ ਦੇ ਵਿੱਚ ਜਾ ਕੇ ਅਸੀਂ ਡਾਟਾ ਕੀ ਕਰ ਲਾਂਗੇ ਕਲੈਕਟ ਕਰ ਲਾਂਗੇ ਤੇ ਸਾਡੀ ਕੀ ਹੋ ਜਾਏਗੀ ਰਿਸਰਚ ਹੋ ਜਾਏਗੀ। ਬੋਲੋ ਕਲੀਅਰ ਹੈ। ਇਹ ਸੀ ਸਾਡੇ ਕੋਲੇ ਪ੍ਰੋਬੇਬਿਲਿਟੀ ਸੈਂਪਲਿੰਗ। ਮੈਂ ਫੇਰ ਐਜ਼ ਥੋੜਾ ਦੱਸ ਰਿਹਾ ਪ੍ਰੋਬੇਬਿਲਿਟੀ ਸੈਂਪਲਿੰਗ ਨੂੰ ਆਪਾਂ ਕਿੰਨੇ ਪਾਰਟਸ ਵਿੱਚ ਡਿਵਾਈਡ ਕੀਤਾ ਸੀ 2। ਇੱਕ ਸਮਾਲ ਪਾਪੂਲੇਸ਼ਨ ਯਾਨੀ ਕਿ ਨਾਟ ਵਾਈਡਰ ਏਰੀਆ ਪਾਪੂਲੇਸ਼ਨ, ਤੇ ਇੱਕ ਅਸੀਂ ਕੀਤਾ ਸੀ ਵਾਈਡਰ ਏਰੀਆ ਪਾਪੂਲੇਸ਼ਨ ਯਾਨੀ ਕਿ ਲਾਰਜ ਪਾਪੂਲੇਸ਼ਨ। ਜਦੋਂ ਸਾਡੀ ਪਾਪੂਲੇਸ਼ਨ ਸਮਾਲ ਹੋਵੇਗੀ ਤੇ ਨਾਲ ਹੋਮੋਜੀਨੀਅਸ ਹੋਵੇਗੀ ਕਿਹੜਾ ਮੈਥਡ ਲੱਗੇਗਾ ਸਿੰਪਲ ਰੈਂਡਮ ਸੈਂਪਲਿੰਗ। ਤੇ ਜਦੋਂ ਸਾਡੀ ਪਾਪੂਲੇਸ਼ਨ ਸਮਾਲ ਹੋਵੇਗੀ ਤੇ ਨਾਲ ਕੀ ਹੋਵੇਗੀ ਹੈਟਰੋਜੀਨੀਅਸ ਹੋਵੇਗੀ, ਉੱਥੇ ਕਿਹੜਾ ਮੈਥਡ ਲੱਗੇਗਾ ਸਟ੍ਰੈਟੀਫਾਈਡ ਰੈਂਡਮ ਸੈਂਪਲਿੰਗ। ਤੇ ਜਦੋਂ ਸਾਡੀ ਪਾਪੂਲੇਸ਼ਨ ਲਾਰਜ ਹੋਵੇਗੀ ਉੱਥੇ 3 ਮੈਥਡ ਲੱਗਣਗੇ, ਇੱਕ ਕਿਹੜਾ ਸਿਸਟਮੈਟਿਕ ਸੈਂਪਲਿੰਗ, ਇੱਕ ਕਿਹੜਾ ਕਲਸਟਰ ਸੈਂਪਲਿੰਗ ਤੇ ਇੱਕ ਕਿਹੜਾ ਮਲਟੀ ਸਟੇਜ ਸੈਂਪਲਿੰਗ। ਨੈਕਸਟ ਲੈਕਚਰ ਦੇ ਵਿੱਚ ਨੈਕਸਟ ਅਸੀਂ ਟੌਪਿਕ ਜੋ ਕਰਾਂਗੇ ਉਹ ਕਰਾਂਗੇ ਨਾਨ ਪ੍ਰੋਬੇਬਿਲਿਟੀ ਸੈਂਪਲਿੰਗ। ਕੀ ਕਰਾਂਗੇ ਅਸੀਂ ਨਾਨ ਪ੍ਰੋਬੇਬਿਲਿਟੀ ਸੈਂਪਲਿੰਗ। ਨਾਨ ਪ੍ਰੋਬੇਬਿਲਿਟੀ ਸੈਂਪਲਿੰਗ ਕਿੱਥੇ ਲੱਗਦੀ ਆ ਜਦੋਂ ਸਾਡੀ ਪਾਪੂਲੇਸ਼ਨ ਕੀ ਹੋਵੇ ਇਨਫਿਨਾਈਟ ਹੋਵੇ ਯਾਨੀ ਕਿ ਟੋਟਲ ਨੰਬਰ ਆਫ ਪਾਪੂਲੇਸ਼ਨ ਕੀ ਆ ਸਾਨੂੰ ਪਤਾ ਨਾ ਹੋਵੇ। ਨੈਕਸਟ ਟੌਪਿਕ ਅਸੀਂ ਨੈਕਸਟ ਲੈਕਚਰ ਦੇ ਵਿੱਚ ਪੜਾਂਗੇ ਨਾਨ ਪ੍ਰੋਬੇਬਿਲਿਟੀ ਸੈਂਪਲਿੰਗ। ਸਟੂਡੈਂਟਸ ਤੁਹਾਡੀ ਇਸ ਟੌਪਿਕ ਨਾਲ ਰਿਲੇਟਡ ਜਾਂ ਫਸਟ ਪੇਪਰ ਨਾਲ ਰਿਲੇਟਡ ਕੋਈ ਵੀ ਕੁਐਰੀ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਕਲੀਅਰ ਕਰ ਸਕਦੇ ਹੋ। ਐਂਡ ਚੈਨਲ ਨੂੰ ਸਬਸਕ੍ਰਾਈਬ ਐਂਡ ਵੱਧ ਤੋਂ ਵੱਧ ਸ਼ੇਅਰ ਕਰਿਓ। ਥੈਂਕ ਯੂ।